ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਤਾਂ ਦੇ ਅੰਦਰ ਬਾਣੀ ਉਚਾਰਨ ਕਰਕੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਬੇਅੰਤ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਗੁਣ ਹਨ। ਬੇਅੰਤ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਵਡਿਆਈਆਂ ਹਨ। ਬੇਅੰਤ ਹੀ ਪਰਮੇਸ਼ਰ ਦਾ ਸਰੂਪ ਹੈ ਔਰ ਬੇਅੰਤ ਹੀ ਪ੍ਰਮਾਤਮਾ ਦੀ ਕਥਾ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਅਕਥ ਕਿਹਾ ਜਾਂਦਾ ਹੈ ਕਿ ਕਥਨ ਕੀਤਾ ਹੀ ਨਹੀਂ ਜਾ ਸਕਦਾ। ਸੰਸਾਰ ਦੇ ਅੰਦਰ ਤਮਾਮ ਬਹੁਤ ਵੱਡੇ ਵੱਡੇ ਉੱਚ ਕੋਟੀ ਦੇ ਵਿਦਵਾਨ ਕਥਨ ਕਰਨ ਵਾਲੇ ਕਥਨਹਾਰੇ ਬਖਤੇ ਸੰਸਾਰ ਦੇ ਅੰਦਰ ਪੈਦਾ ਹੋਏ ਹੈ। ਸਮੇਂ ਸਮੇਂ ਦੌਰਾਨ ਐਸੇ ਸੰਸਾਰ ਦੇ ਅੰਦਰ ਕਈ ਬਖਤੇ ਸਨ ਜਿਨ੍ਹਾਂ ਨੇ ਜੀਵਨ ਭਰ ਪ੍ਰਮਾਤਮਾ ਨੂੰ ਕਥਨ ਕਰਨ ਦਾ ਯਤਨ ਕੀਤਾ। ਜ਼ਿੰਦਗੀ ਭਰ ਪ੍ਰਮਾਤਮਾ ਦੇ ਗੁਣ ਕਥਨ ਕਰੀ ਗਏ ਪਰ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਾ ਪਾ ਸਕੇ। ਐਸੀ ਅਕਥ ਵਾਹਿਗੁਰੂ ਜੀ ਦੀ ਕਥਾ ਹੈ ਜਿਸ ਨੂੰ ਕਥਨ ਕਰਨ ਵਾਲੇ 1 2 4 ਜਾਂ 5 7 ਨਹੀਂ, ਪਤਾ ਨਹੀਂ ਕਿੰਨੇ ਕੁ ਕਰੋੜ ਕਿੰਨਾ ਕੁ ਅਰਬ ਸੰਸਾਰ ਦੇ ਅੰਦਰ ਜੀਵ ਆਰਬਲਾ ਭੋਗ ਕਰਕੇ ਕੂਚ ਕਰ ਗਏ, ਪਰ ਅਕਥ ਨੂੰ ਕਥਨ ਕੋਈ ਕਰ ਹੀ ਨਹੀਂ ਸਕਦਾ, ਨਾ ਕੋਈ ਅੱਜ ਤੱਕ ਕਰ ਸਕਿਆ ਹੈ। ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਜੂਰ ਦੇ ਸਿਮੁਖ ਵਾਕ ਪੜ੍ਹਦੇ ਹਾਂ, ਕਥ ਨਾ ਕਥੀ ਨਾ ਆਵੈ ਤੋਟ। ਕਿੰਨਾ ਕੁ ਕੋਈ ਕਥਨ ਕਰ ਲਵੇਗਾ। ਪਰਮਾਤਮਾ ਦੇ ਗੁਣਾਂ ਦਾ, ਪਰਮੇਸ਼ਰ ਦੀ ਅਕਥ ਕਥਾ ਦਾ ਕੋਈ ਤੋਟਾ ਕੋਈ ਘਾਟਾ ਪੈਂਦਾ ਹੀ ਨਹੀਂ, ਕਦੇ ਮੁੱਕਣ ਵਿੱਚ ਆਉਂਦੀ ਨਹੀਂ ਹੈ। ਐਸੀ ਬੇਅੰਤ ਪ੍ਰਮਾਤਮਾ ਦੀ ਅਕਥ ਕਥਾ ਹੈ। ਕਥ ਨਾ ਕਥੀ ਨਾ ਆਵੈ ਤੋਟ। ਕਥ ਕਥ ਕਥੀ ਕੋਟੀ ਕੋਟ ਕੋਟ। ਪਤਾ ਨਹੀਂ ਕਿੰਨੇ ਕੁ ਕਰੋੜਾਂ ਨੇ ਕਥਨ ਕਰ ਕਰਕੇ ਯਤਨ ਕਰਕੇ ਥੱਕ ਹਾਰ ਗਏ, ਪਰ ਵਾਹਿਗੁਰੂ ਦੀ ਅਕਥ ਕਥਾ ਨੂੰ ਕੋਈ ਕਥਨ ਕਰ ਹੀ ਨਹੀਂ ਸਕਿਆ। ਗਰੀਬ ਨਵਾਜ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਹੈਰਾਨੀਜਨਕ ਲੀਲਾ ਕਥਨ ਕਰ ਰਹੇ ਹੈ। ਹੇ ਗੁਰਸਿੱਖੋ, ਪ੍ਰਮਾਤਮਾ ਦੀ ਅਕਥ ਕਥਾ ਹੈ, ਉਹਨੂੰ ਕੋਈ ਕਥਨ ਨਹੀਂ ਕਰ ਸਕਦਾ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਅਦਬ ਸਹਿਤ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ
ਆਸਾ ਰਾਗ ਅੰਦਰ ਬਖਸ਼ਿਸ਼ ਕਰ ਰਹੇ ਹਨ। ਇਹ ਗੁਰਸਿੱਖੋ, ਅਕਾਲ ਪੁਰਖ ਪ੍ਰਮਾਤਮਾ ਜੀ ਦੀ ਕਥਾ ਅਕਥ ਹੈ। ਪਰਮੇਸ਼ਰ ਆਪ ਵੀ ਅਕਥ ਹੈ ਤੇ ਵਾਹਿਗੁਰੂ ਦੀ ਕਥਾ ਵੀ ਅਕਥ ਹੈ। ਪਰਮਾਤਮਾ ਦਾ ਸਰੂਪ ਵੀ ਜੋ ਹੈ ਉਹ ਕਥਨੇ ਤੋਂ ਰਹਿਤ ਹੈ, ਕੋਈ ਕਥਨ ਨਹੀਂ ਕਰ ਸਕਦਾ। ਔਰ ਜੇ ਪਰਮਾਤਮਾ ਦਾ ਸਰੂਪ ਨਹੀਂ ਕੋਈ ਕਥਨ ਕਰ ਸਕਦਾ ਤੇ ਵਾਹਿਗੁਰੂ ਦੀ ਕਥਾ ਨੂੰ ਕਿਵੇਂ ਕੋਈ ਕਥਨ ਕਰ ਸਕੇਗਾ? ਵਾਹਿਗੁਰੂ ਦੀ ਕਥਾ ਨੂੰ ਕੋਈ ਕਥਨ ਨਹੀਂ ਕਰ ਸਕਦਾ ਤੇ ਸਰੂਪ ਦਾ ਕਿਵੇਂ ਕੋਈ ਕਥਨ ਕਰ ਸਕਦਾ ਹੈ? ਐਸੇ ਹੈਰਾਨੀਜਨਕ ਪਰਮਾਤਮਾ ਦੀ ਲੀਲਾ ਹੈ। ਜੇ ਪਰਮਾਤਮਾ ਜੈਸਾ ਕੋਈ ਦੂਜਾ ਹੋਵੇ ਤਾਂ ਹੀ ਪਰਮੇਸ਼ਰ ਦੀ ਕਥਾ ਨੂੰ ਕੋਈ ਕਥਨ ਕਰ ਸਕੇਗਾ ਨਾ। ਸੰਸਾਰ ਦੇ ਅੰਦਰ ਭਾਵੇਂ ਹਰ ਇੱਕ ਜੀਵ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਵਰਤ ਰਹੀ ਹੈ, ਪਰ ਸ਼ਕਤੀ ਬਿਰਤੀ ਕਰਕੇ ਜਾਂ ਫਿਰ ਰੂੜੀ ਬਾਣੀ ਕਰਕੇ ਕਿਸੇ ਵੀ ਤਰ੍ਹਾਂ ਕਿਸੇ ਬਾਣੀ ਦੁਆਰਾ ਵੀ ਪਰਮਾਤਮਾ ਦੀ ਅਕਥ ਕਥਾ ਨੂੰ ਕੋਈ ਕਥਨ ਕੀਤਾ ਹੀ ਨਹੀਂ ਜਾ ਸਕਦਾ। ਸੰਸਾਰ ਦੇ ਅੰਦਰ ਬੇਅੰਤ ਪਰਮੇਸ਼ਰ ਦੀਆਂ ਬਣਾਈਆਂ ਹੋਈਆਂ ਬਾਣੀਆਂ ਨੇ। ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤੂ ਹੈ। ਹਰ ਇੱਕ ਜੀਵ ਦੀ ਵੱਖੋ ਵੱਖਰੀ ਬੋਲ ਬਾਣੀ ਹੈ। ਬੇਅੰਤ ਪ੍ਰਮਾਤਮਾ ਦੀਆਂ ਪੈਦਾ ਕੀਤੀਆਂ ਹੋਈਆਂ ਬੋਲੀਆਂ ਨੇ ਔਰ ਬੇਅੰਤ ਤਰ੍ਹਾਂ ਬੋਲਣ ਦੇ ਢੰਗ ਤਰੀਕੇ ਹੈ। ਬੇਅੰਤੀ ਸੰਸਾਰ ਦੇ ਅੰਦਰ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਜੀਵ ਹਨ। 84 ਲੱਖ ਭਾਵੇਂ ਜੂਨਾਂ ਦੀ ਗਿਣਤੀ ਹੈ, ਪਰ ਇੱਕ ਇੱਕ ਜੂਨ ਦੀ ਵੀ ਜਾਤੀਆਂ ਕਿੰਨੀਆਂ ਹਨ, ਕਿੰਨੀਆਂ ਕਿੰਨੀਆਂ ਜਾਤੀਆਂ ਪ੍ਰਜਾਤੀਆਂ, ਕਿਹੋ ਜਿਹੇ ਉਹਨਾਂ ਦੇ ਰੰਗ ਢੰਗ ਰੂਪ ਰੇਖਾਵਾਂ ਤੇ ਕਿੰਨੇ ਕਿੰਨੇ ਤਰ੍ਹਾਂ ਦੇ ਉਹਨਾਂ ਦੇ ਨਾਮ ਕੋਈ ਅੰਤ ਪਾ ਹੀ ਨਹੀਂ ਸਕਦਾ। ਐਸਾ ਜੋ ਬੇਅੰਤ ਪ੍ਰਮਾਤਮਾ ਜੀ ਦਾ ਅਕਥ ਸਰੂਪ ਹੈ। ਸਤਿਗੁਰੂ ਜੀ ਕਹਿੰਦੇ ਹਨ, ਹੇ ਗੁਰਸਿੱਖੋ, ਪ੍ਰਮਾਤਮਾ ਦੀ ਕਥਾ ਵੀ ਅਕਥ ਹੈ, ਸਰੂਪ ਵੀ ਨਹੀਂ ਕਥਨ ਕੀਤਾ ਜਾ ਸਕਦਾ। ਨਿਰਗੁਣ ਸਰੂਪ ਦੇ ਵਿੱਚ ਕਿਹੋ ਜਿਹਾ ਪ੍ਰਮਾਤਮਾ ਦਾ ਰੰਗ ਹੈ, ਰੂਪ ਕਿੱਦਾਂ ਦਾ ਹੈ, ਚੱਕਰ ਚਿਹਨ ਜਾਤ ਪਾਤ ਕੁਝ ਵੀ ਨਹੀਂ ਆਖਿਆ ਜਾ ਸਕਦਾ। ਐਸੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਥਾ ਹੈ। ਕਥਨ ਨਾ ਜਾਏ ਅਕਥ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਉਸ ਪ੍ਰਮਾਤਮਾ ਤੋਂ ਫਿਰ ਵਾਰਨੇ ਕੁਰਬਾਨੀ ਸਦਕੇ ਜਾਣਾ ਚਾਹੀਦਾ ਹੈ ਨਾ, ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ। ਐਵੇਂ ਕੋਈ ਮਨੁੱਖ ਬਾਰ-ਬਾਰ ਡਿੰਗਾ ਮਾਰੀ ਜਾਵੇ ਕਿ ਮੈਂ ਪਰਮੇਸ਼ਰ ਨੂੰ ਕਥਨ ਕਰ ਲਵਾਂਗਾ, ਉਹ ਮਨੁੱਖ ਦੀ ਮੂੜਤਾ ਹੈ, ਬੇਸਮਝਤਾ ਹੈ, ਅਗਿਆਨਤਾ ਹੈ। ਕਿਉਂਕਿ ਵਾਹਿਗੁਰੂ ਦਾ ਅੰਤ ਪਾਉਣ ਦੇ ਵਾਸਤੇ ਇੱਕ ਨਹੀਂ, ਪਤਾ ਨਹੀਂ ਕਿੰਨੇ ਕੋ ਵਿਰਲਾਪ ਕਰਦੇ ਹੋਏ ਸੰਸਾਰ ਤੋਂ ਤੁਰ ਗਏ, ਪਰ ਅੰਤ ਸਮੇਂ ਫਿਰ ਪਛਤਾਤਾਪ ਹੀ ਕਰਨਾ ਪਿਆ। ਪਛਤਾਉਂਦੇ ਹੋਏ ਸੰਸਾਰ ਤੋਂ ਝੂਰਦੇ ਹੋਏ ਹੀ ਤੁਰ ਗਏ। ਜਿਹੜਾ ਹੈ ਹੀ ਬੇਅੰਤ ਹੈ, ਜੋ ਹੈ ਹੀ ਪ੍ਰਮਾਤਮਾ ਅਕਥ ਹੈ, ਉਹਨੂੰ ਕਥਨ ਕਿਵੇਂ ਕੋਈ ਕਰ ਸਕਦਾ ਹੈ? ਅੰਤ ਕਾਰਨ ਕੀਤੇ ਬਿਰ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਕੋਈ ਅੰਤ ਨਹੀਂ ਪਾ ਸਕਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜੂਰ ਨੇ ਫਰਮਾਨ ਕੀਤਾ, ਅਕਥਾ ਹਰ ਅਕਥ ਕਥਾ। ਹੈ ਗੁਰਸਿੱਖੋ, ਵਾਹਿਗੁਰੂ ਜੀ ਦਾ ਸਰੂਪ ਵੀ ਅਕਥ ਹੈ ਤੇ ਪ੍ਰਮਾਤਮਾ ਦੀ ਕਥਾ ਵੀ ਕਥਨ ਤੋਂ ਰਹਿਤ ਅਕਥ ਹੈ। ਜਿੰਨਾ ਮਰਜੀ ਕੋਈ ਪ੍ਰਮਾਤਮਾ ਨੂੰ ਕਥਨ ਕਰੀ ਜਾਵੇ ਕਰੀ ਜਾਵੇ ਕਰੀ ਜਾਵੇ, ਪਰ ਪੂਰਾ ਨਹੀਂ ਕੋਈ ਕਥਨ ਕਰ ਸਕੇਗਾ। ਪ੍ਰਮਾਤਮਾ ਦੀ ਕਥਾ ਨੂੰ ਕਥਨ ਕਰ ਕਰਕੇ ਆਨੰਦ ਜ਼ਰੂਰ ਪ੍ਰਾਪਤ ਕੀਤਾ ਜਾ ਸਕਦਾ ਹੈ। ਵਾਹਿਗੁਰੂ ਦੇ ਗੁਣਾਂ ਨੂੰ ਗਾ ਗਾ ਕਰਕੇ ਹਿਰਦੇ ਅੰਦਰ ਪ੍ਰਮਾਤਮਾ ਦੇ ਸਰੂਪ ਦਾ ਆਨੰਦ, ਹਿਰਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸੁੱਖ ਇਹ ਜ਼ਰੂਰ ਮਾਣਿਆ ਜਾ ਸਕਦਾ ਹੈ। ਪਰ ਜੇ ਕੋਈ ਕਹੇ ਕਿ ਕਥਨ ਕਰ ਲਵਾਂ, ਮਹਾਰਾਜ ਕਹਿੰਦੇ ਨਾਮੁਮਕਿਨ ਹੈ। ਉਹ ਹੈ ਹੀ ਪ੍ਰਮਾਤਮਾ ਅਕਥ ਸਰੂਪ ਹੈ। ਕਿਸੇ ਵੀ ਢੰਗ ਦੇ ਨਾਲ ਪਰਮਾਤਮਾ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ। ਕਿਸ ਜਾਏ ਨਾ ਜਾਣੀ ਰਾਮ, ਕਿੰਨਿਆਂ ਨੇ ਜਾਣਨ ਦਾ ਯਤਨ ਕੀਤਾ ਪਰ ਕਿਸੇ ਤੋਂ ਵੀ ਜਾਣਿਆ ਨਾ ਗਿਆ। ਹੁਣ ਵੀ ਯਤਨ ਕਰ ਰਹੇ ਨੇ, ਯਤਨਸ਼ੀਲ ਹੈ ਸੰਸਾਰ ਦੇ ਜੀਵ। ਆਉਣ ਵਾਲੇ ਸਮੇਂ ਵਿੱਚ ਵੀ ਯਤਨ ਕਰਦੇ ਰਹਿਣਗੇ, ਪਰ ਜੋ ਹੈ ਹੀ ਅਕਥ ਹੈ ਨੂੰ ਕੌਣ ਕਥਨ ਕਰ ਸਕੇਗਾ? ਮਹਾਰਾਜ ਸੱਚੇ ਪਾਤਸ਼ਾਹ
ਹਜੂਰ ਨੂੰ ਗੁਰਬਾਣੀ ਵਿੱਚ ਜਿਵੇਂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਕਹਿੰਦੇ ਹਨ ਕਿ ਮਨੁੱਖ ਦੀ ਜਿਹੜੀ ਰਚਨਾ ਹੈ ਇਹ ਸਾਧ ਸੰਗਤ ਜੀ ਕਿੰਨਾ ਕੁ ਬੋਲ ਸਕਦੀ ਹੈ, ਕਿੰਨਾ ਕੁ ਸਮਾਂ ਲਗਾਤਾਰ ਬੋਲ ਸਕਦੀ, ਆਖਰਕਾਰ ਥੱਕ ਜਾਂਦੀ ਹੈ, ਬੋਲਣੋਂ ਹਟਣਾ ਹੀ ਪੈਂਦਾ, ਚੁੱਪ ਕਰਨਾ ਹੀ ਪੈਂਦਾ ਹੈ। ਮਹਾਰਾਜ ਜੀ ਨੇ ਭਗਤ ਰਸਨਾ ਦੁਆਰਾ ਉਚਾਰਨ ਕੀਤਾ, ਕਹਿੰਦੇ ਕਿ ਇਹ ਜ਼ੁਬਾਨ ਨੂੰ ਛੱਡ ਕਰਕੇ ਇਹ ਜੀਵ ਭਾਵੇਂ ਤੂੰ ਧਰਤੀ ਨੂੰ ਕਾਗਜ਼ ਰੂਪ ਬਣਾ ਕਰਕੇ ਦੇਖ ਲੈ। ਇਹ ਸਾਰੀ ਧਰਤੀ ਹੈ ਨਾ, ਇਹਨੂੰ ਕਾਗਜ਼ ਰੂਪ ਬਣਾ ਕਰਕੇ ਦੇਖ ਲੈ, ਤੇ 18 ਭਾਰ ਬਨਸਪਤ ਹੈ, ਸਾਰੀ ਬਨਸਪਤ ਨੂੰ ਕਲਮ ਰੂਪ ਬਣਾ ਕਰਕੇ ਦੇਖ ਲੈ। ਫਿਰ 7 ਸਮੁੰਦਰਾਂ ਦਾ ਪਾਣੀ ਹੈ ਉਹਨੂੰ ਸਿਆਹੀ ਬਣਾ ਕੇ ਦੇਖ ਲੈ, ਤੇ ਇਹਨੂੰ ਚਲਾਉਣ ਵਾਲੀ ਜਿਹੜੀ ਪੌਣ ਹਵਾ ਕਿੰਨੀ ਤੇਜ਼ੀ ਦੇ ਨਾਲ ਚੱਲਦੀ ਹੈ। ਇਹ ਸਭ ਕੁਝ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀ ਇਕੱਠਾ ਹੋ ਜਾਵੇ ਨਾ, ਧਰਤੀ ਕਾਗਜ਼ ਰੂਪ ਬਣ ਜਾਵੇ, ਬਨਸਪਤ ਕਲਮ ਰੂਪ ਬਣ ਜਾਵੇ, ਤੇ 7 ਸਮੁੰਦਰਾਂ ਦਾ ਪਾਣੀ ਭਾਵੇਂ ਦਵਾਤ ਦੇ ਵਿੱਚ ਪਾ ਕਰਕੇ ਸਾਧ ਸੰਗਤ ਜੀ ਸਿਆਹੇ ਰੂਪ ਬਣ ਜਾਵੇ, ਇਹਨੂੰ ਚਲਾਉਣ ਵਾਲੀ ਹਵਾ ਬਣ ਜਾਵੇ, ਫਿਰ ਵੀ ਪ੍ਰਮਾਤਮਾ ਦਾ ਅੰਤ ਨਹੀਂ ਕੋਈ ਪਾ ਸਕਦਾ। ਕਿੰਨੀ ਅਕਥ ਵਾਹਿਗੁਰੂ ਜੀ ਦੀ ਕਥਾ ਹੈ, ਕਿੰਨਾ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦਾ ਬੇਅੰਤ ਸਰੂਪ ਹੈ, ਕੋਈ ਅੰਤ ਪਾ ਹੀ ਨਹੀਂ ਸਕਦਾ। ਕਿਵੇਂ ਕੋਈ ਜਾਣ ਸਕੇਗਾ? ਮਹਾਰਾਜ ਕਹਿੰਦੇ ਨਾਮੁਮਕਿਨ ਹੈ, ਕਿਸੇ ਜੀਵ ਦੇ ਵੱਸ ਦੀ ਗੱਲ ਨਹੀਂ ਹੈ। ਮਹਾਰਾਜ ਕੋਈ ਨਾ ਕੋਈ ਤਾਂ ਯਤਨ ਕਰਦਾ ਹੀ ਹੋਵੇਗਾ। ਸਤਿਗੁਰੂ ਜੀ ਕਹਿੰਦੇ ਤਮਾਮ ਯਤਨ ਕਰ ਰਹੇ ਹੈ, ਪਤਾ ਨਹੀਂ ਕਿੰਨੇ ਕੋਈ ਜੀਵ ਯਤਨ ਕਰ ਰਹੇ ਨੇ। ਭਾਵੇਂ ਕੋਈ ਸੁਰ ਦੇਵਤੇ ਹੈ ਤੇ ਨਰ ਮਨੁੱਖ ਹਨ। ਸੁਰ ਜਿਹੜੇ ਸੰਸਾਰ ਦੇ ਅੰਦਰ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ, ਜਿਨ੍ਹਾਂ ਨੇ ਦੇਵੀ ਸੰਪਦਾ ਨੂੰ ਧਾਰਨ ਕੀਤਾ, ਭਾਵ ਸ਼ੁਭ ਗੁਣ ਦਇਆ ਧਰਮ ਧੀਰਜਤਾ ਸ਼ੁਭ ਵਿਚਾਰ, ਫਿਰ ਇਸੇ ਪ੍ਰਕਾਰ ਵੈਰਾਗ ਵਿਵੇਕ ਖਟ ਸਮਤੀ ਤੇ ਮੋਖ ਇੱਛਾ, ਇਹ ਤੇ ਆਦਿਕ ਜਿਹੜੀ ਸ਼ੁਭ ਗੁਣਾਂ ਨੂੰ ਧਾਰਨ ਕਰਨ ਵਾਲੇ, ਜਿਹੜੀ ਦੇਵੀ ਸੰਪਦਾ ਨੂੰ ਅਪਣਾਉਣ ਵਾਲੇ, ਹਿਰਦੇ ਵਿੱਚ ਵਸਾਉਣ ਵਾਲੇ ਹੈ। ਐਸੇ ਮਹਾਰਾਜ ਕਹਿੰਦੇ ਦੇਵਤਿਆਂ ਦੀ ਤਰ੍ਹਾਂ ਜਿਹੜੇ ਨਰ ਹਨ, ਫਿਰ ਸੁਰ ਨਰ ਦੁਬਾਰਾ ਉਚਾਰਨ ਕੀਤਾ ਵੀਪਸਾ ਅਲੰਕਾਰ ਦੁਆਰਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਸੁਰ ਜਿਹੜੀ ਦੇਵੀ ਆਤਮਿਕ ਸ਼ਕਤੀ ਹੈ, ਆਤਮਿਕ ਬਲ ਨੂੰ ਪ੍ਰਾਪਤ ਕਰਨ ਵਾਲੇ ਜਿਹੜੇ ਨਰ ਯੋਧੇ ਹਨ। ਕਿਉਂਕਿ ਜਿਵੇਂ ਪ੍ਰਤੱਖ ਸਾਧ ਸੰਗਤ ਜੀ ਸੂਰਮਾ ਹੁੰਦਾ ਹੈ, ਫਿਰ ਰਥੀ ਸੂਰਮਾ ਹੁੰਦਾ ਹੈ, ਮਹਾਰਥੀ ਸੂਰਮਾ ਹੁੰਦਾ ਤੇ ਇੱਕ ਅਤਰਥੀ ਸੂਰਮਾ ਹੁੰਦਾ ਹੈ। ਜਿਹੜਾ ਰਥੀ ਸੂਰਮਾ ਹੁੰਦਾ ਨਾ, ਆਪਣੇ ਦੇ ਨਾਲ ਸਾਧ ਸੰਗਤ ਜੀ ਮੁਕਾਬਲਾ ਕਰਦਾ ਹੈ। ਫਿਰ ਇੱਕ ਮਹਾਰਥੀ ਸੂਰਮਾ ਹੁੰਦਾ ਹੈ, ਉਹ ਜਿਹੜਾ ਸਾਧ ਸੰਗਤ ਜੀ ਜੋ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਨਾਲ ਲੜ ਕਰਕੇ ਮੁਕਾਬਲਾ ਕਰ ਲੈਂਦਾ, ਉਹਨਾਂ ਤੇ ਫਤਿਹ ਪ੍ਰਾਪਤ ਕਰ ਲੈਂਦਾ। ਇਸੇ ਤਰ੍ਹਾਂ ਇੱਕ ਅਤਰਥੀ ਸੂਰਮਾ ਹੁੰਦਾ, ਅਣਗਿਣਤ ਦੁਸ਼ਮਣਾਂ ਦੇ ਨਾਲ ਲੜ ਕੇ ਵੀ ਜਿੱਤ ਪ੍ਰਾਪਤ ਕਰ ਲੈਂਦਾ ਹੈ। ਕਹਿੰਦੇ ਹਨ ਕਿ ਜਿਹੜਾ ਸੂਰਮਾ ਹੈ ਨਾ, ਉਹ ਆਪਣੇ ਆਪ ਨੂੰ ਕੁਸੰਗਤ ਤੋਂ ਬਚਾ ਕਰਕੇ ਚੰਗੀ ਸੰਗਤ ਦੇ ਵੱਲ ਜੋੜ ਕਰਕੇ ਰੱਖਦਾ ਹੈ, ਉਹਨੂੰ ਸੂਰਮਾ ਕਿਹਾ ਜਾਂਦਾ ਹੈ। ਤੇ ਜਿਹੜਾ ਸਾਧ ਸੰਗਤ ਜੀ ਵਿਕਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਦਾ, ਉਹਨੂੰ ਰਥੀ ਸੂਰਮਾ ਕਿਹਾ ਜਾਂਦਾ ਹੈ। ਇੱਕ ਮਹਾਰਥੀ ਸੂਰਮਾ ਹੁੰਦਾ ਹੈ, ਜਿਹੜਾ ਮਨ ਦੀਆਂ ਵਾਸ਼ਨਾਵਾਂ ਨੂੰ ਮੇਟ ਕਰਕੇ, ਮਨ ਦੀ ਵਾਸ਼ਨਾ, ਮਨ ਦਾ ਫੁਰਨਾ ਨਹੀਂ ਆਪਣੇ ਮਨ ਦੇ ਅੰਦਰ ਫੁਰਨ ਦਿੰਦਾ। ਤੇ ਇੱਕ ਅਤਰਥੀ ਸੂਰਮਾ ਹੁੰਦਾ ਹੈ, ਜਿਹੜਾ ਆਪਣੇ ਮਨ ਰੂਪੀ ਦੁਸ਼ਮਣ ਨੂੰ ਵਸ ਵਿੱਚ ਕਰ ਲੈਂਦਾ ਹੈ। ਕਿਉਂਕਿ ਜਿਸ ਮਨੁੱਖ ਨੇ ਮਨ ਨੂੰ ਜਿੱਤ ਲਿਆ, ਉਹਨੇ ਸਾਰਾ ਸੰਸਾਰ ਹੀ ਜਿੱਤ ਲਿਆ। ਮਨ ਜੀਤਾ ਜਗ ਜੀਤ। ਹਜੂਰ ਕਹਿੰਦੇ ਐਸੀ ਦੇਵੀ ਸੰਪਦਾ ਸ਼ੁਭ ਗੁਣਾਂ ਦੇ ਧਾਰਨੇ ਕਰਨ ਵਾਲੇ ਜਿਹੜੇ ਨਰ ਮਨੁੱਖ ਹੈ ਨਾ, ਜਿਹੜੇ ਪਰਮ ਤੇ ਵੱਡੇ ਮਹਾਰਥੀ, ਜਿਹੜੇ ਅਤਰਥੀ ਯੋਧੇ ਸੂਰਮਿਆਂ ਦੀ ਤਰ੍ਹਾਂ ਵਿਕਾਰਾਂ ਨੂੰ ਵੀ ਦੁਸ਼ਮਣਾਂ ਦੇ ਜਿੱਤ ਪ੍ਰਾਪਤ ਕਰਨ ਵਾਲੇ ਆ। ਸਹਿਜ ਸੁਭਾਵਕ ਹੀ ਤਿਨਾਂ ਨੇ ਪ੍ਰਮਾਤਮਾ ਦੇ ਗੁਣਾਂ ਨੂੰ, ਵਾਹਿਗੁਰੂ ਦੀ ਕਥਾ ਨੂੰ ਵਿਖਿਆਨ ਕੀਤਾ ਹੈ। ਸਹਿਜ ਸ਼ਾਂਤੀ ਪੂਰਵਕ ਹੋ ਕਰਕੇ, ਕਦੇ ਕਾਹਲੇ ਨਹੀਂ ਪੈ ਕੇ, ਸਹਿਜ ਗਿਆਨ ਦੀ ਅਵਸਥਾ ਵਿੱਚ ਆ ਕਰਕੇ, ਸਹਿਜ ਅਵਸਥਾ ਵਿੱਚ ਰਹਿ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣ ਦਾ ਕਥਨ ਕੀਤਾ ਹੈ। ਅੰਤ ਪਾਉਣ ਦਾ ਯਤਨ ਕੀਤਾ ਪਰ ਕੋਈ ਵੀ ਪਾ ਨਹੀਂ ਸਕਿਆ। ਦੇਵੀ ਸੰਪਦਾ ਵਾਲੇ ਔਰ ਜਿਹੜੇ ਯੋਧੇ ਹਨ, ਫਿਰ ਰਥੀ ਸੂਰਮੇ ਵੀ ਹੈ, ਮਹਾਰਥੀ
ਤੇ ਅਤਰਥੀ ਸੂਰਮੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਮਾਮ ਸੰਸਾਰ ਦੇ ਜੀਵਾਂ ਨੇ ਸਹਿਜ ਅਡੋਲ ਅਵਸਥਾ ਵਿੱਚ ਵਾਹਿਗੁਰੂ ਦੇ ਗੁਣਾਂ ਨੂੰ ਕਥਨ ਕੀਤਾ ਹੈ। ਐਸੀ ਅੰਮ੍ਰਿਤਮਈ ਪ੍ਰਮਾਤਮਾ ਦੀ ਨਾਮ ਬਾਣੀ ਹੈ। ਗੁਰਮੁਖਾਂ ਨੇ ਸਹਿਜ ਅਵਸਥਾ ਦੇ ਵਿੱਚ ਇਸ ਨੂੰ ਵਿਖਿਆਨ ਕੀਤਾ ਹੈ, ਕਿਉਂਕਿ ਕ੍ਰੋਧੀ ਬੰਦਾ ਕਦੇ ਪ੍ਰਮਾਤਮਾ ਦੇ ਗੁਣ ਨਹੀਂ ਗਾ ਸਕਦਾ। ਕਾਲਾਪਨ ਵਿੱਚ ਰਹਿਣ ਵਾਲਾ, ਜ਼ਿੰਦਗੀ ਵਿੱਚ ਹਰ ਸਮੇਂ ਧਾਵਾ ਧਾਈ ਵਿੱਚ ਭਟਕਣਾ ਵਿੱਚ ਪਏ ਰਹਿਣਾ, ਮਨ ਦੀ ਇਕਾਗਰਤਾ ਨਾ ਬਣਾਉਣੀ, ਉਹ ਕਦੇ ਪਰਮੇਸ਼ਰ ਦੇ ਗੁਣਾਂ ਨੂੰ ਕਥਨ ਨਹੀਂ ਕਰ ਸਕਦਾ। ਕ੍ਰੋਧਵਾਨ ਮਨੁੱਖ ਜਿਹੜਾ ਹੈ ਉਹ ਸੰਸਾਰ ਦੇ ਤਾਂ ਗੁਣ, ਸੰਸਾਰ ਦੀ ਉਪਮਾ ਤਾਂ ਕਰਦਾ ਰਹਿੰਦਾ ਹੈ, ਪਰ ਪਰਮੇਸ਼ਰ ਦੇ ਗੁਣਾਂ ਨੂੰ ਕਦੇ ਵੀ ਯਾਦ ਨਹੀਂ ਕਰਦਾ। ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਕਦੇ ਵੀ ਸ਼ੁਕਰਾਨਾ ਨਹੀਂ ਕਰਦਾ, ਕਿਉਂਕਿ ਕ੍ਰੋਧੀ ਬੰਦਾ ਸਿਰੇ ਦਾ ਹੰਕਾਰੀ ਹੁੰਦਾ ਹੈ, ਤੇ ਹੰਕਾਰੀ ਬੰਦਾ ਹਰ ਸਮੇਂ ਆਪਣਾਤੀ ਜਣਾਉਂਦਾ ਰਹਿੰਦਾ ਹੈ ਕਿ ਸਭ ਕੁਝ ਮੈਂ ਹੀ ਆ, ਮੇਰੇ ਨਾਲੋਂ ਵੱਡਾ ਕੌਣ ਹੈ ਸੰਸਾਰ ਦੇ ਅੰਦਰ, ਮੇਰੇ ਵਰਗੀ ਚੌਧਰਤਾ ਕਿਸ ਦੀ ਚੱਲਦੀ ਹੈ ਸੰਸਾਰ ਅੰਦਰ। ਉਹ ਸਿਰੇ ਦਾ ਹੰਕਾਰੀ ਤੇ ਹਰ ਸਮੇਂ ਕ੍ਰੋਧ ਹੀ ਕਰਦਾ ਰਹਿੰਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਸਹਿਜੇ ਵਖਾਣੀ ਅਮਿਓ ਬਾਣੀ, ਅੰਮ੍ਰਿਤਮਈ ਪਰਮੇਸ਼ਰ ਦੀ ਜੋ ਨਾਮ ਬਾਣੀ ਹੈ, ਆਤਮਿਕ ਰਸ ਬਖਸ਼ਿਸ਼ ਕਰਨ ਵਾਲੀ ਅੰਮ੍ਰਿਤਮਈ ਪਾਵਨ ਗੁਰਬਾਣੀ ਹੈ। ਗੁਰਮੁਖਾਂ ਨੇ ਸਹਿਜ ਅਵਸਥਾ ਵਿੱਚ ਹੀ ਵਾਹਿਗੁਰੂ ਦੀ ਬਾਣੀ ਨੂੰ, ਨਾਮ ਬਾਣੀ ਨੂੰ ਕਥਨ ਕੀਤਾ ਹੈ। ਮਹਾਰਾਜ ਕਿਵੇਂ ਪ੍ਰਮਾਤਮਾ ਦੀ ਨਾਮ ਬਾਣੀ ਨੂੰ ਕਥਨ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਿ ਸਤਿਗੁਰੂ ਜੀ ਦੇ ਸ਼ਬਦ ਰੂਪੀ ਬਖਸ਼ੇ ਹੋਏ ਨਾਮ ਚਰਨਾਂ ਰੂਪੀ ਚਰਨ ਕਮਲਾਂ ਦੇ ਨਾਲ ਰੰਗ ਪ੍ਰੇਮ ਲਗਾ ਕਰਕੇ ਕਥਨ ਕੀਤਾ ਹੈ। ਪਿਆਰ ਤੋਂ ਬਿਨਾਂ ਪ੍ਰਮਾਤਮਾ ਦੇ ਗੁਣ ਗਾਏ ਨਹੀਂ ਜਾ ਸਕਦੇ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਨਹੀਂ ਲੱਗਾ, ਉਹ ਭਾਵੇਂ ਜ਼ਿੰਦਗੀ ਭਰ ਯਤਨ ਕਰਦਾ ਰਹੇ, ਪਰ ਪ੍ਰਮਾਤਮਾ ਦੇ ਗੁਣ ਗਾ ਕੇ ਜੀਵਨ ਦੀ ਸਫਲਤਾ ਦਾ ਲਾਹਾ ਨਹੀਂ ਕਦੇ ਪ੍ਰਾਪਤ ਕਰ ਸਕਦਾ। ਜੇ ਹਿਰਦੇ ਅੰਦਰ ਪਿਆਰ ਨਹੀਂ ਹੈ, ਜੇ ਹਉਮੈ ਦੀ ਹੰਕਾਰ ਦੀ ਬਦਬੂ ਹਿਰਦੇ ਵਿੱਚੋਂ ਆ ਰਹੀ ਹੈ ਨਾ, ਉੱਥੇ ਕਦੇ ਭਗਤੀ ਦੀ ਸੁਗੰਧੀ ਨਹੀਂ ਸਾਧ ਸੰਗਤ ਜੀ ਪ੍ਰਾਪਤ ਹੋ ਸਕਦੀ। ਪਹਿਲਾਂ ਹਉਮੈ ਦੀ ਬਦਬੂ ਨੂੰ ਹਿਰਦੇ ਵਿੱਚੋਂ ਕੱਢਣਾ ਪਵੇਗਾ, ਤਾਂ ਹੀ ਪ੍ਰਮਾਤਮਾ ਦੀ ਭਗਤੀ ਦੀ ਸੁਗੰਧੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ, ਗੁਰਸਿੱਖੋ ਚਰਨ ਕਮਲ ਰੰਗ ਲਾਇਆ, ਜਿਨ੍ਹਾਂ ਨੇ ਕਮਲ ਦੀ ਤਰ੍ਹਾਂ ਨਿਰਲੇਪ ਪ੍ਰਮਾਤਮਾ ਦੇ ਨਾਮ ਰੂਪ ਚਰਨਾਂ ਦੇ ਨਾਲ ਰੰਗ ਪ੍ਰੇਮ ਲਗਾਇਆ, ਤਿਨਾਂ ਨੇ ਸਹਿਜ ਅਵਸਥਾ ਵਿੱਚ ਪ੍ਰਮਾਤਮਾ ਦੇ ਗੁਣ ਗਾਏ ਹਨ। ਕਮਲ ਸਾਧ ਸੰਗਤ ਜੀ ਪਾਣੀ ਵਿੱਚ ਹੁੰਦਾ ਹੋਇਆ ਵੀ ਨਿਰਲੇਪ ਰਹਿੰਦਾ ਹੈ, ਅਸੰਗ ਰਹਿੰਦਾ ਹੈ, ਤੇ ਪ੍ਰਮਾਤਮਾ ਦਾ ਨਾਮ ਜੀਵਾਂ ਦੇ ਹਿਰਦੇ ਵਿੱਚ ਹੁੰਦਾ ਹੋਇਆ ਵੀ ਸਾਧ ਸੰਗਤ ਜੀ ਨਿਰਲੇਪ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜੀਵਾਂ ਵਿੱਚ ਹੁੰਦਾ ਹੋਇਆ ਵੀ ਅਸੰਗ ਹੈ। ਐਸਾ ਮਹਾਰਾਜ ਕਹਿੰਦੇ ਕਮਲ ਦੀ ਤਰ੍ਹਾਂ ਜਿਹੜਾ ਨਿਰਲੇਪ ਪਰਮੇਸ਼ਰ ਦਾ ਨਾਮ ਹੈ, ਵਾਹਿਗੁਰੂ ਦੇ ਜਿਹੜੇ ਨਾਮ ਰੂਪ ਚਰਨ ਕਮਲ ਹਨ, ਤਿਨਾਂ ਦੇ ਨਾਲ ਪ੍ਰੇਮ ਕਰਕੇ ਪਰਮੇਸ਼ਰ ਨੂੰ ਪਿਆਰ ਵਿੱਚ ਭਿੱਜ ਕੇ ਯਾਦ ਕਰਨੇ ਕਰਕੇ ਹੀ ਵਾਹਿਗੁਰੂ ਦੇ ਗੁਣ ਗਾਈਦੇ ਹਨ। ਹੇ ਜੀਵ ਜਪ ਉਹਦਾ ਜਾਪ ਕਰਿਆ ਕਰ ਜਿਹੜਾ ਜਪਣੇ ਯੋਗ ਹੈ। ਅਲਖ ਜਿਹੜਾ ਲਖਿਆ ਨਹੀਂ ਜਾ ਸਕਦਾ। ਨਿਰੰਜਨ ਨਿਰਅੰਜਨ ਮਾਇਆ ਦੀ ਮੈਲ ਤੋਂ ਰਹਿਤ ਜਿਹੜਾ ਪਰਮਾਤਮਾ ਦਾ ਸ਼ੁੱਧ ਸਰੂਪ ਹੈ। ਐਸਾ ਮਹਾਰਾਜ ਕਹਿੰਦੇ ਅਲਖ ਹੈ, ਨਿਰੰਜਨ ਹੈ, ਤੇ ਫਿਰ ਇੱਕੋ ਹੀ ਪਰਮਾਤਮਾ ਦਾ ਸਰੂਪ ਹੈ। ਜਿਸ ਜੈਸਾ ਦੂਜਾ ਕੋਈ ਨਹੀਂ ਸੀ, ਨਾ ਹੈ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਐਸਾ ਨਿਰੰਜਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਸ ਵਾਹਿਗੁਰੂ ਦੇ ਸਰੂਪ ਨੂੰ ਅਲਖ ਨੂੰ ਜਾਣਨ ਦਾ ਯਤਨ ਕਰ। ਲਖਣਾ ਬਿਰਤੀ ਕਰਕੇ ਪ੍ਰਮਾਤਮਾ ਦੇ ਸਰੂਪ ਨੂੰ ਜਾਣਿਆ ਕਰ। ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਸਰੂਪ ਦਾ ਜਾਪ ਕੀਤਾ ਹੈ, ਜੋ ਅਲਖ ਹੈ, ਨਿਰੰਜਨ ਹੈ, ਇੱਕੋ ਹੀ ਪ੍ਰਮਾਤਮਾ ਦਾ ਸਰੂਪ ਹੈ, ਤਿਨਾਂ ਨੇ ਮਨ ਚਿੰਦਿਆ ਫਲ ਪਾਇਆ। ਮਨ ਇੱਛਤ ਫਲਾਂ ਦੀ ਪ੍ਰਾਪਤੀ ਕਰ ਲਈ ਹੈ। ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਮਨੁੱਖ ਕਾਰਜ ਦੀ ਸਫਲਤਾ ਵਾਸਤੇ ਕਿ ਮੇਰਾ ਮਹਾਰਾਜ ਇਹ ਵੀ ਕਾਰਜ ਪੂਰਾ ਹੋ ਜਾਵੇ, ਇਸ ਕਾਰਜ ਦੇ ਵਿੱਚ ਵੀ ਮੈਨੂੰ ਸਫਲਤਾ ਮਿਲ ਜਾਵੇ, ਮਹਾਰਾਜ ਮੈਂ ਤੁਹਾਡਾ ਜਾਪ ਕਰਾਂਗਾ।
ਮਨ ਵਿੱਚ ਕਈ ਵਾਰ ਇੱਛਾ ਲੈ ਕਰਕੇ ਪ੍ਰਮਾਤਮਾ ਦਾ ਜਾਪ ਕੀਤਾ ਜਾਂਦਾ ਹੈ। ਮਨ ਵਿੱਚ ਕੋਈ ਨਾ ਕੋਈ ਆਸਾ ਲਗਾ ਕੇ ਰੱਬ ਨੂੰ ਯਾਦ ਕੀਤਾ ਜਾਂਦਾ ਹੈ, ਨਾਮ ਜਪਿਆ ਜਾਂਦਾ ਹੈ, ਗੁਰਬਾਣੀ ਦਾ ਜਾਪ ਕੀਤਾ ਜਾਂਦਾ ਹੈ, ਸੇਵਾ ਅਤੇ ਸਿਮਰਨ ਇਤਿਆਦਿਕ ਪ੍ਰਮਾਤਮਾ ਦੇ ਚਿੰਤਨ ਦੇ ਵਿੱਚ, ਰੱਬ ਦੀ ਯਾਦ ਦੇ ਵਿੱਚ ਹੀ ਸਾਰੇ ਚੰਗੇ ਕਰਮ ਕੀਤੇ ਜਾਂਦੇ ਹੈ। ਹਜੂਰ ਕਹਿੰਦੇ ਜਿਨ੍ਹਾਂ ਨੇ ਹਿਰਦੇ ਹੋ ਕੇ ਇੱਕ ਅਲੱਖ ਪ੍ਰਮਾਤਮਾ ਦੇ ਸਰੂਪ ਦਾ ਜਾਪ ਕੀਤਾ ਹੈ, ਤਿਨਾਂ ਨੇ ਮਨ ਚਿੰਦਿਆ ਫਲ ਪਾਇਆ, ਮਨ ਇੱਛਤ ਫਲ ਦੀ ਪ੍ਰਾਪਤੀ ਕਰ ਲਈ ਹੈ। ਮਨ ਦੀ ਹਰ ਇੱਕ ਤਮੰਨਾ, ਹਰ ਇੱਕ ਖਾਹਿਸ਼, ਹਰ ਇੱਕ ਇੱਛਾ ਕੇਵਲ ਤਾਂ ਕੇਵਲ ਪਰਮੇਸ਼ਰ ਦਾ ਨਾਮ ਹੀ ਪੂਰੀਆਂ ਕਰ ਸਕਦਾ ਹੈ। ਕਿਉਂਕਿ ਕੋਈ ਕਲਪ ਬ੍ਰਿਸ਼ ਨੂੰ ਮੰਨਦਾ ਕਿ ਮਨ ਦੀਆਂ ਕਲਪਨਾਵਾਂ ਪੂਰੀਆਂ ਕਰਦਾ ਹੈ। ਕੋਈ ਕਹਿੰਦਾ ਕਿ ਕਾਮ ਧੇਨ ਗਊ ਸਾਰੀਆਂ ਦਾਤਾਂ ਦਿੰਦੀ ਹੈ। ਪਰ ਹਜੂਰ ਨੂੰ ਬੇਨਤੀ ਕਰਕੇ ਪੁੱਛੀਏ ਮਹਾਰਾਜ ਕਿ ਸਾਰੀਆਂ ਦਾਤਾਂ ਦੇਣੇ ਦੇ ਇਹ ਦੇਵੀ ਸ਼ਕਤੀਆਂ ਸਮਰੱਥ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਸਭ ਕੁਝ ਪ੍ਰਮਾਤਮਾ ਦੇ ਅਧੀਨ ਹੈ। ਠੀਕ ਹੈ, ਕਾਮ ਧੇਨ ਗਊ ਹੈ, ਕਲਪਨਾ ਬ੍ਰਿਸ਼ ਹੈ, ਕਲਪ ਬ੍ਰਿਸ਼ ਹੈ, ਕਲਪਨਾਵਾਂ ਇੱਛਾਵਾਂ ਨੂੰ ਪੂਰੀਆਂ ਕਰਦਾ ਹੈ। ਪਰ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਕਦੇ ਇਹਨਾਂ ਤੋਂ ਵੀ ਦਾਤ ਨਹੀਂ ਲਈ ਜਾ ਸਕਦੀ। ਤਾਂ ਹੀ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਨਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਾਮ ਧੇਨ ਗੋ ਵੀ ਉਸ ਪ੍ਰਮਾਤਮਾ ਦੇ ਅਧੀਨ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਚੱਲਦੀ ਹੈ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। हे ਮਨਾ, ਸਦੀਵੀ ਸੁਖ ਮਿਲੇਗਾ, ਹਰ ਇੱਕ ਮਨਿਚਿਤ ਫਲ ਪ੍ਰਾਪਤ ਹੋਵੇਗਾ ਜੇ ਪ੍ਰਮਾਤਮਾ ਨੂੰ ਧਿਆਏਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ, ਗੁਰਸਿੱਖੋ ਜਿਨ੍ਹਾਂ ਜਿਨ੍ਹਾਂ ਵੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਕੀਤਾ, ਮਨ ਚਿੰਦਿਆ ਫਲ ਪਾਇਆ, ਤਿਨਾਂ ਨੇ ਮਨ ਇੱਛਤ ਫਲਾਂ ਦੀ ਪ੍ਰਾਪਤੀ ਕਰ ਲਈ ਹੈ। ਕਾਰਜਾਂ ਦੀ ਸਫਲਤਾ ਦਾ ਫਲ ਤਿਨਾਂ ਨੇ ਪਾ ਲਿਆ। ਜਿਨ ਜਿਨ ਵੀ ਪ੍ਰਮਾਤਮਾ ਨੂੰ ਯਾਦ ਕੀਤਾ ਹੈ, ਜਿਨ ਜਿਨ ਨਾਮ ਤੇ ਆਇਆ, ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ, ਦਰਗਹ ਸੱਚ ਖਰੇ। ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹ ਪ੍ਰਵਾਨ ਹੋ ਗਏ ਨੇ ਜਿਨ੍ਹਾਂ ਨੇ ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਜਾਪ ਕੀਤਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਸਰੂਪ ਦੇ ਫਲ ਦੀ ਪ੍ਰਾਪਤੀ ਹੋ ਗਈ ਹੈ। ਜਿਨ੍ਹਾਂ ਨੇ ਆਪਣੇ ਹਿਰਦਿਓ ਮਾਣ ਦਾ ਤਿਆਗ ਕਰ ਦਿੱਤਾ ਹੈ, ਸਰੀਰਾਂ ਦਾ ਮੋਹ ਦਾ ਤਿਆਗ ਕਰ ਦਿੱਤਾ ਹੈ, ਫਿਰ ਪ੍ਰਬਲ ਜਿਹੜੇ ਪੰਜੇ ਵਿਕਾਰ ਤਿਨਾਂ ਨੂੰ ਅਭਾਵ ਕਰ ਦਿੱਤਾ, ਤਜ ਦਿੱਤਾ, ਭਾਵ ਛੱਡ ਦਿੱਤਾ ਹੈ। ਮਾਣ ਕੀ ਹੈ ਸਾਧ ਸੰਗਤ ਜੀ? ਮਹਾਰਾਜ ਜੀ ਦਾ ਬਚਨ ਆਉਂਦਾ ਕਿ ਮਨੁੱਖ ਕੱਪੜਿਆਂ ਦਾ ਤਿਆਗ ਕਰ ਸਕਦਾ ਹੈ, ਪਰਿਵਾਰ ਛੱਡ ਸਕਦਾ ਹੈ, ਧਨ ਪਦਾਰਥਾਂ ਨੂੰ ਹੱਥ ਲਾਉਣ ਤੋਂ ਵੀ ਤਿਆਗੀ ਬਣ ਸਕਦਾ ਹੈ, ਪਰ ਮਾਣ ਛੱਡਣਾ ਬੜਾ ਔਖਾ ਹੈ। ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਬਚਨ ਕੀਤਾ, ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਰਹਿ ਜਾਏ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ। ਬੜਿਆ ਬੜਿਆਂ ਨੂੰ ਇਸ ਮਾਨ ਨੇ ਖਾ ਲਿਆ, ਪਰ ਬੜਾ ਔਖਾ ਹੈ। ਗੁਰੂ ਕਿਰਪਾ ਹੋਵੇ ਤਾਂ ਸਾਧ ਸੰਗਤ ਜੀ ਦੇਹੀ ਦਾ, ਗੁਣਾਂ ਦਾ, ਗਿਆਨ ਦਾ ਮਾਣ ਅਭਿਮਾਨ ਹਿਰਦਿਓਂ ਦੂਰ ਹੁੰਦਾ ਹੈ। ਨਹੀਂ ਤਾਂ ਹਰ ਸਮੇਂ ਮਨ ਇੱਛਾ ਕਰਦਾ ਰਹਿੰਦਾ ਹੈ, ਮਨ ਵਿੱਚ ਚਾਹਤ ਬਣੀ ਰਹਿੰਦੀ ਹੈ, ਹਰ ਸਮੇਂ ਚਾਹਵਾਨ ਹੋ ਕਰਕੇ ਰਹਿੰਦਾ ਹੈ ਕਿ ਜਿੱਥੇ ਵੀ ਜਾਵਾਂ ਲੋਕ ਮੇਰੀ ਆਓ ਭਗਤੀ ਕਰਨ, ਮੈਨੂੰ ਸੋਹਣੇ ਸੋਹਣੇ ਰਥਾਂ ਤੇ ਪਾਲਕੀਆਂ ਵਿੱਚ ਬਿਠਾ ਕਰਕੇ ਮੇਰਾ ਸਤਿਕਾਰ ਕਰਨ, ਮੇਰੇ ਗਲਾਂ ਵਿੱਚ ਹਾਰ ਪਾਉਣ ਇਤਿਆਦਿ ਕਈ ਤਰ੍ਹਾਂ ਦੀ ਮਨ ਦੇ ਅੰਦਰ ਸਾਧ ਸੰਗਤ ਜੀ ਮਾਣ ਦੀ ਇੱਛਾ ਹੁੰਦੀ ਹੈ। ਫਿਰ ਸਰੀਰਾਂ ਦਾ ਮੋਹ ਬਣਿਆ ਰਹਿੰਦਾ ਹੈ, ਕਿਉਂਕਿ ਮੋਹ ਤੋਂ ਬਚਣਾ ਵੀ ਕਿਹੜਾ ਸੌਖਾ ਹੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਮੋਹ ਰੂਪੀ ਸੂਰਮੇ ਨੂੰ ਅਜਿੱਤ ਸੂਰਮਾ ਕਥਨ ਕੀਤਾ ਹੈ। ਸਹਿਸਕ੍ਰਿਤ ਦੇ ਸ਼ਲੋਕਾਂ ਵਿੱਚ ਹਜੂਰ ਦਾ ਬਚਨ ਪੜ੍ਹਦੇ ਹਨ, ਹੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਹੇ ਮੋਹ ਰੂਪੀ ਸੂਰਮਿਆਂ ਤੋਂ ਅਜਿੱਤ ਸੂਰਮਾ, ਕਿਸੇ ਤੋਂ ਜਿੱਤਿਆ ਨਹੀਂ ਜਾ ਸਕਦਾ। ਹੇ ਅਜਿੱਤ ਸੂਰ ਸੰਗਰਾਮੰ ਅਤ ਬਲਨਾ ਬਹੁ ਮਰਦਨ ਹੈ। ਗਣ ਗੰਧਰਵ ਦੇਵ ਮਾਨੁਖਿਆ ਪਸ ਪੰਖੀ ਵਿਮੋਹਨ ਹੈ। ਇਕੱਲੇ ਮਨੁੱਖ ਨਹੀਂ, ਭਾਵੇਂ ਦੇਵੀ ਦੇਵਤੇ ਹੈ, ਭਾਵੇਂ ਪਸ਼ੂ ਪੰਛੀ ਹੈ। ਮਹਾਰਾਜ ਕਹਿੰਦੇ ਹਰ ਇੱਕ ਜੀਵ ਦੇ ਅੰਦਰ ਪ੍ਰਮਾਤਮਾ ਨੇ ਮੋਹ ਪ੍ਰਬਲ ਪੈਦਾ ਕੀਤਾ ਹੋਇਆ ਹੈ। ਸਾਧ ਸੰਗਤ ਜੀ, ਗਾਈ ਦਾ ਬਛੜਾ ਹੁੰਦਾ ਨਾ, ਬੱਚਾ,
ਥੋੜਾ ਜਿਹਾ ਅੱਖਾਂ ਤੋਂ ਲਾਂਭੇ ਹੋ ਜਾਵੇ ਤੇ ਰੱਸਾ ਤੜਾਉਣ ਤੱਕ ਜਾਂਦੇ ਜਿਹੜੇ ਪਸ਼ੂ ਵੀ ਹੁੰਦੇ ਆ। ਕਿੰਨਾ ਮੋਹ ਹੈ ਬੱਚੇ ਦੇ ਨਾਲ। ਤੇ ਬਾਂਦਰੀ ਦਾ ਬੱਚਾ ਆਪਨੇ ਦੇਖਿਆ ਹੋਵੇਗਾ, ਮਰਿਆ ਵੀ ਹੋਵੇ ਤਾਂ ਵੀ ਹਿੱਕ ਦੇ ਨਾਲ ਲਾ ਕੇ ਰੱਖਦੀ ਹੈ, ਛੱਡਦੀ ਨਹੀਂ। ਇਹ ਇਦਾਂ ਦੇ ਜੀਵਨ ਦੇ ਅੰਦਰ ਵੀ ਪ੍ਰਮਾਤਮਾ ਨੇ ਮੋਹ ਪਾਇਆ ਹੋਇਆ ਹੈ। ਤੇ ਮਹਾਰਾਜ ਫਿਰ ਕੋਈ ਨਾ ਕੋਈ ਤਾਂ ਯਤਨ ਹੋਵੇਗਾ ਹੀ ਨਾ, ਕੋਈ ਢੰਗ ਤਰੀਕਾ ਤੇ ਹੋਵੇਗਾ ਹੀ। ਇਹਦੇ ਤੋਂ ਬਚਣ ਦੇ ਵਾਸਤੇ ਕੋਈ ਨਹੀਂ ਬਚਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਇੱਕ ਯਤਨ ਹੈ। ਮਹਾਰਾਜ ਕਿਹੜਾ? ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਚਰਨਾਂ ਵਿੱਚ ਹਰ ਸਮੇਂ ਨਮਸਕਾਰਾਂ ਕਰੀ ਜਾਵੇ, ਹਰ ਸਮੇਂ ਬੇਨਤੀਆਂ ਕਰੀ ਜਾਵੇ ਤਾਂ ਬਚਾ ਹੋ ਸਕਦਾ ਹੈ। ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੈ। ਪ੍ਰਮਾਤਮਾ ਦੀ ਸ਼ਰਨ ਧਾਰਨ ਕਰਕੇ ਵਾਹਿਗੁਰੂ ਦੇ ਚਰਨਾਂ ਤੇ ਨਮਸਕਾਰਾਂ ਕਰੀ ਜਾਵੇ, ਬਾਰ-ਬਾਰ ਨਤਮਸਤਕ ਹੋਈ ਜਾਵੇ ਤਾਂ ਇਹ ਮੋਹ ਰੂਪੀ ਅਜਿੱਤ ਸੂਰਮੇ ਨੂੰ ਜਿੱਤਿਆ ਜਾ ਸਕਦਾ ਹੈ। ਨਹੀਂ ਤਾਂ ਬੜੇ ਸੰਸਾਰ ਦੇ ਅੰਦਰ ਤਪਸਵੀਆਂ ਨੇ ਵੀ ਇਸ ਮੋਹ ਦੇ ਵਿੱਚ ਹੀ ਗਲਤਾਨ ਹੋ ਜਾਣਾ ਕੀਤਾ। ਤਜ ਮਾਨ ਮੋਹ ਵਿਕਾਰ ਦੂਜਾ, ਤੇ ਵਿਕਾਰਾਂ ਦੀ ਪ੍ਰਬਲਤਾ ਨੂੰ ਵੀ ਤਿਆਗਣਾ ਗੁਰੂ ਕਿਰਪਾ ਦੁਆਰਾ ਹੀ ਤਿਆਗਿਆ ਜਾ ਸਕਦਾ ਹੈ। ਦੂਜਾ ਦਵੈਸ਼ ਭਾਵਨਾ ਮਨ ਦੇ ਅੰਦਰ ਦੁਬਦਾ ਧੁੰਦਵਾਦ ਰੱਖ ਕਰਕੇ ਰੱਖਣਾ। ਮਹਾਰਾਜ ਕਹਿੰਦੇ ਸਭ ਦਾ ਤਿਆਗ ਕਰਨਾ ਕਰ। हे ਜੀਵ ਤੇਰੀ ਪਰਤਕ ਜੋਤ ਪ੍ਰਮਾਤਮਾ ਦੇ ਜੋਤੀ ਸਰੂਪ ਦੇ ਵੀ ਸਮਾ ਜਾਵੇਗੀ। ਤਿਨਾਂ ਦੀ ਮਹਾਰਾਜ ਕਹਿੰਦੇ ਪਰਤਕ ਜੋਤ ਪ੍ਰਮਾਤਮਾ ਦੇ ਸਰੂਪ ਦੇ ਵੀ ਸਮਾ ਗਈ, ਲੀਨ ਹੋ ਗਈ ਹੈ। ਜਿਨ੍ਹਾਂ ਨੇ ਮਾਣ ਦਾ ਤਿਆਗ ਕੀਤਾ ਹੈ, ਸਰੀਰਾਂ ਦਾ ਮੋਹ ਛੱਡ ਦਿੱਤਾ ਹੈ, ਝੂਠਾ ਜਾਣ ਕਰਕੇ ਕਿ ਕਿਹੜਾ ਸਦਾ ਰਹਿਣੇ ਹੈ, ਹਿਰਦਿਓਂ ਪ੍ਰਬਲ ਵਿਕਾਰਾਂ ਨੂੰ ਤਜ ਦਿੱਤਾ ਹੈ, ਦਵੈਸ਼ ਭਾਵਨਾ ਦੁਬਦਾ ਹਿਰਦੇ ਵਿੱਚੋਂ ਛੱਡ ਦਿੱਤੀ। ਮਹਾਰਾਜ ਕਹਿੰਦੇ ਜੋਤੀ ਜੋਤ ਸਮਾਣੀ, ਤਿਨਾਂ ਦੀ ਜੋਤੀ ਜਿਹੜੀ ਹੈ ਨਾ ਪ੍ਰਮਾਤਮਾ ਦੇ ਜੋਤੀ ਸਰੂਪ ਦੇ ਵਿੱਚ ਸਮਾ ਗਈ ਹੈ। ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ ਫਿਰ ਵਿੱਚ ਅਭੇਦ ਹੋ ਜਾਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਤਿਨਾਂ ਵਾਹਿਗੁਰੂ ਦੇ ਪਿਆਰਿਆਂ ਦੀ ਸਤਿਪੁਰਸ਼ਾਂ ਦੀ ਜੀਵਨ ਯਾਤਰਾ ਸੰਪੂਰਨ ਹੋ ਗਈ, ਮੁਕੰਮਲ ਹੋ ਗਈ, ਪੂਰੀ ਹੋ ਗਈ ਹੈ। ਜਿਨ੍ਹਾਂ ਦੀ ਜੋਤ ਪ੍ਰਮਾਤਮਾ ਦੇ ਜੋਤੀ ਸਰੂਪ ਦੇ ਵਿੱਚ ਮਿਲ ਗਈ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਪ੍ਰਸਾਦੀ ਕਿਰਪਾ ਹੋਈ ਹੈ, ਜੋ ਗੁਰੂ ਕਿਰਪਾ ਦੇ ਪਾਤਰ ਬਣੇ ਹਨ, ਤਿਨਾਂ ਨੇ ਸਦਾ ਹੀ ਪ੍ਰਮਾਤਮਾ ਦੇ ਆਨੰਦ ਦਾ, ਵਾਹਿਗੁਰੂ ਦੇ ਪਿਆਰ ਦਾ ਆਨੰਦ ਮਾਣਨਾ ਕੀਤਾ ਹੈ। ਸਦਾ ਹਰ ਰੰਗ ਮਾਣੀ, ਸਦਾ ਹੀ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਗਈ ਹੈ। ਜਿਨ੍ਹਾਂ ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਂਦੀ ਹੈ। ਗੁਰੂ ਕਿਰਪਾ ਪ੍ਰਾਪਤ ਹੋਣੇ ਨਾਲ ਗੁਰਮੁਖ ਪਿਆਰੇ ਸਦਾ ਹੀ ਪ੍ਰਮਾਤਮਾ ਦੇ ਸਰੂਪ ਦਾ ਆਨੰਦ ਮਾਣਦੇ ਹਨ। ਇੱਕ ਰਸ ਵਾਹਿਗੁਰੂ ਦੇ ਪਿਆਰ ਦੇ ਵਿੱਚ ਭਿੱਜ ਕੇ ਪਰਮੇਸ਼ਰ ਦੇ ਗੁਣਾਂ ਨੂੰ ਗਾ ਕਰਕੇ, ਵਾਹਿਗੁਰੂ ਦੇ ਹੈਰਾਨੀਜਨਕ ਲੀਲਾ ਨੂੰ ਯਾਦ ਕਰ ਕਰਕੇ, ਪ੍ਰਮਾਤਮਾ ਦੇ ਕੌਤਕਾਂ ਨੂੰ ਚੇਤੇ ਕਰ ਕਰਕੇ ਬੜਾ ਆਨੰਦ ਮਾਣਦੇ ਹੈ ਕਿ ਮਹਾਰਾਜ ਕੈਸੇ ਕੈਸੇ ਬੇਅੰਤ ਮਹਾਰਾਜ ਆਪ ਜੀ ਦੇ ਗੁਣ ਹੈ। ਪਰਮੇਸ਼ਰ ਦੇ ਬੇਅੰਤ ਗੁਣਾਂ ਦੇ ਵਿੱਚੋਂ ਕੋਈ ਨਾ ਕੋਈ ਗੁਣ ਯਾਦ ਕਰਦੇ ਰਹਿੰਦੇ ਹੈ, ਕੋਈ ਨਾ ਕੋਈ ਪ੍ਰਮਾਤਮਾ ਦੀ ਲੀਲਾ ਚੇਤੇ ਕਰ ਕਰਕੇ ਹਿਰਦੇ ਅੰਦਰ ਘਣਾ ਆਨੰਦ ਮਾਣਦੇ ਹਨ। ਹਜੂਰ ਬਖਸ਼ਿਸ਼ ਕਰ ਰਹੇ ਹਨ। ਹਰੀ ਪਰਮੇਸ਼ਰ ਦੇ ਪਿਆਰੇ ਜਿਹੜੇ ਸੰਤ ਹਨ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼, ਸ਼ਾਂਤਚਿੱਤ ਸੁਭਾਅ ਵਾਲੇ ਸੱਚੇ ਸੱਜਣ ਹਨ। ਹੇ ਗੁਰਸਿੱਖੋ, ਸਾਡੇ ਸੱਚੇ ਸੱਜਣ, ਸੱਚੇ ਮਿੱਤਰ ਤੇ ਫਿਰ ਸਾਖੀਆਂ ਦੀ ਤਰ੍ਹਾਂ ਸਾਡੇ ਸਹਾਇਕ ਬਣਨ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਂਪੁਰਖ ਹਨ। ਔਰ ਸੰਤਾਂ ਦੇ ਵਿੱਚੋਂ ਜਿਹੜੇ ਪਰਮੇਸ਼ਰ ਦੇ ਪਿਆਰੇ ਸੱਚੇ ਸੰਤ ਹਨ, ਜਿਨ੍ਹਾਂ ਦੇ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਤੇ ਇਹਨਾਂ ਨੂੰ ਸਵਾਸ ਗਰਾਸ ਪਰਮੇਸ਼ਰ ਦਾ ਨਾਮ ਕਦੇ ਵੀ ਵਿਸਰਦਾ ਨਹੀਂ ਹੈ। ਹੋਰ ਭਾਵੇਂ ਸੰਸਾਰ ਦੇ ਅੰਦਰ ਬੜੇ ਬੜੇ ਆਪਣੇ ਆਪ ਨੂੰ ਸੰਤ ਅਖਵਾਉਂਦੇ ਆ, ਪਰ ਝੂਠਾ ਭੇਖ ਤਨ ਤੇ ਧਾਰਨ ਕੀਤਾ ਹੋਇਆ ਹੈ।
ਤਿਨਾਂ ਦੇ ਪ੍ਰਥਾਏ ਵੀ ਗੁਰਬਾਣੀ ਵਿੱਚ ਹਜੂਰ ਨੇ ਉਚਾਰਨ ਕੀਤਾ ਕਿ ਕਿਤੇ ਗੁਰਸਿੱਖ ਭੁੱਲ ਕੇ ਭੇਖੀਆਂ ਦੇ ਪਿੱਛੇ ਲੱਗ ਕੇ ਆਪਣਾ ਜੀਵਨ ਨਾ ਅਜਾਈ ਲੰਘਾ ਦੇਵੇ, ਭੇਖ ਧਾਰੀਆਂ ਦੇ ਪਿੱਛੇ ਲੱਗ ਕਰਕੇ ਆਪਣੀ ਜ਼ਿੰਦਗੀ ਅਜਾਈ ਨਾ ਕਿਤੇ ਬਤੀਤ ਕਰ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਨੇ ਝੂਠੇ ਜਿਹੜੇ ਭੇਖ ਧਾਰੀ ਹੈ ਨਾ, ਤਿਨਾਂ ਦੇ ਵੀ ਲੱਛਣ ਗੁਰਬਾਣੀ ਵਿੱਚ ਕਥਨ ਕੀਤੇ ਹੈ। ਹਜੂਰ ਦਾ ਮੁੱਖ ਵਾਕ ਹੈ, ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬਗ, ਓਏ ਹਰ ਕੇ ਸੰਤ ਨਾ ਆਖੀ ਅਹੇ ਬਾਨਾਰਸ ਕੇ ਠੱਗ। ਉਹਨਾਂ ਨੂੰ ਵੱਡੇ ਠੱਗ ਤਾਂ ਕਿਹਾ ਜਾ ਸਕਦਾ, ਪਰਮੇਸ਼ਰ ਦੇ ਸੰਤ ਨਹੀਂ ਕਥਨ ਕੀਤਾ ਜਾ ਸਕਦਾ। ਸੰਤ ਉਹ ਹੈ ਜਿਸ ਨੂੰ ਕਦੇ ਪ੍ਰਮਾਤਮਾ ਦਾ ਸਿਮਰਨ ਨਹੀਂ ਵਿਸਰਦਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਉਹ ਪੂਰਨ ਸੰਤ ਹੈ। ਐਸੇ ਪਰਮੇਸ਼ਰ ਦੇ ਪਿਆਰੇ ਜਿਹੜੇ ਪੂਰਨ ਸੰਤ ਹਨ, ਮਹਾਰਾਜ ਕਹਿੰਦੇ ਹਰ ਸੰਤਾ ਹਰ ਸੰਤ ਸੱਜਣ, ਮੇਰੇ ਮੀਤ ਸਹਾਈ ਰਾਮ। ਸਾਡੇ ਕਹਿੰਦੇ ਸੱਜਣ ਸੱਚੇ ਪਰਮੇਸ਼ਰ ਦੇ ਪਿਆਰੇ ਸੰਤ ਹੈ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਸਤ ਸੰਗਤ ਜੀ ਉਹ ਸੱਚਾ ਸੱਜਣ ਗਿਣੀਦਾ ਹੈ ਨਾ। ਮਹਾਰਾਜ ਕਹਿੰਦੇ ਜਿਹੜਾ ਹਰ ਥਾਂ ਤੇ ਨਾਲ ਹੋ ਕਰਕੇ ਸਾਡੀ ਸਾਖੀ ਭਰਦਾ, ਸਾਡਾ ਸਹਾਇਕ ਬਣਦਾ। ਤੇ ਜਿਹੜੇ ਝੂਠੇ ਸੰਸਾਰ ਦੇ ਜਿਹੜੇ ਭੇਖਧਾਰੀ ਸੰਤ ਬਣੇ ਹੋਏ ਕੇਵਲ ਸੰਸਾਰ ਤੱਕ ਹੀ ਸੀਮਤ ਹੈ, ਪਰ ਸੱਚੇ ਸੰਤ ਪਰਮੇਸ਼ਰ ਦੇ ਪਿਆਰੇ ਪ੍ਰਮਾਤਮਾ ਦੇ ਘਰ ਦੇ ਵਿੱਚ ਵੀ ਜੀਵਾਂ ਦੀ ਸਾਖੀ ਭਰਦੇ ਹੈ। ਪਰਲੋਕ ਦਾ ਵੀ ਸਾਧ ਸੰਗਤ ਜੀ ਨਾਲ ਨਿਭਣਾ ਕਰਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਜਣ ਪਿਆਰੇ ਰਾਮ। ਹੇ ਗੁਰਸਿੱਖੋ, ਸੰਸਾਰ ਦੇ ਅੰਦਰ ਲੋਕ ਪਰਲੋਕ ਦੇ ਵੀ ਸਾਡੇ ਨਾਲ ਨਿਭਣ ਵਾਲੇ ਹੈ। ਕਿਵੇਂ? ਜਿਵੇਂ ਸਾਡੇ ਨਾਲ ਸੰਸਾਰ ਦੇ ਸਾਖੇ ਨਿਭਦੇ ਆ ਨਾ, ਸੱਜਣ ਮੇਰੇ ਮੀਤ ਸਹਾਈ ਰਾਮ। ਜਿਵੇਂ ਸਾਧ ਸੰਗਤ ਜੀ ਮਿੱਤਰ ਹੋਵੇ ਨਾ, ਕਾਣਾ ਡਾਢਾ ਪਿਆਰ ਹੋਵੇ, ਉਹ ਮਿੱਤਰਤਾ ਨਿਭਾਉਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਸੱਚਾ ਸੱਜਣ ਰੂਪੀ ਜਿਹੜਾ ਸੰਤ ਹੈ, ਸੱਚਾ ਮਿੱਤਰ ਰੂਪੀ ਪਰਮੇਸ਼ਰ ਦਾ ਪਿਆਰਾ ਸੰਤ ਹੈ, ਉਹ ਜੀਵ ਦੇ ਨਾਲ ਸਭ ਥਾਵਾਂ ਤੇ ਮਿੱਤਰਤਾ ਨਿਭਾਉਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਦਿਖਾਉਂਦਾ ਹੈ। ਸੰਸਾਰ ਦੇ ਅੰਦਰ ਕੁਰਾਹੇ ਪਏ ਹੋਏ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਵਾਲੇ ਪਾਸੇ ਜੀਵ ਨੂੰ ਪ੍ਰੇਰਿਤ ਕਰਨਾ ਕਰਦਾ ਹੈ। ਔਰ ਇਸੇ ਪ੍ਰਕਾਰ ਤਨ ਦੇ ਕਹਿੰਦੇ ਸਾਡੇ ਸੱਜਣ ਹਨ ਪਰਮੇਸ਼ਰ ਦੇ ਪਿਆਰੇ। ਫਿਰ ਮਨ ਕਰਕੇ ਕਹਿੰਦੇ ਸਾਡੇ ਮਿੱਤਰ ਹੈ। ਐਸ ਲੋਕ ਦੇ ਸਾਡੇ ਮਿੱਤਰ ਹਨ, ਪਰਮਾਤਮਾ ਦੇ ਘਰ ਪਰਲੋਕ ਦੇ ਸਾਡੇ ਸੱਜਣ ਹਨ। ਐਸੇ ਵਾਹਿਗੁਰੂ ਦੇ ਪਿਆਰੇ ਸਤਿਪੁਰਸ਼ ਹਨ। ਵੱਡਿਆਂ ਭਾਗਾਂ ਵਾਲੇ ਹਾਂ, ਵਡਭਾਗੇ ਹਾਂ। ਰਾਮੇ ਹੋਏ ਪਰਮੇਸ਼ਰ ਵਾਹਿਗੁਰੂ ਦੀ ਪਿਆਰੀ ਸਤ ਸੰਗਤ ਅਸੀਂ ਪ੍ਰਾਪਤ ਕੀਤੀ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਵੱਡਿਆਂ ਭਾਗਾਂ ਵਾਲੇ ਜਾਣੋ, ਜਿਨ੍ਹਾਂ ਦੇ ਵੱਡ ਭਾਗੀ ਵਟੱਪਣ ਭੱਗ ਗਿਆ ਹੈ। ਹੰਕਾਰ ਜਿਨ੍ਹਾਂ ਦਾ ਭੱਜ ਗਿਆ ਮਹਾਰਾਜ ਦੀ ਪਿਆਰੀ ਸਤ ਸੰਗਤ ਦੀ ਪ੍ਰਾਪਤੀ ਕਰਕੇ। ਕਿਉਂਕਿ ਸਤ ਸੰਗਤ ਕੀਤੇ ਤੋਂ ਬਿਨਾ ਕਦੇ ਵਡੱਪਣ ਨਹੀਂ ਹਿਰਦਿਓਂ ਦੂਰ ਹੁੰਦਾ, ਕਦੇ ਹੰਕਾਰ ਤੋਂ ਰਹਿਤ ਨਹੀਂ ਹੋ ਸਕੀਦਾ, ਜਦੋਂ ਤੱਕ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਨਹੀਂ ਜੀਵਨ ਦੇ ਵਿੱਚ ਪ੍ਰਾਪਤ ਹੁੰਦੀ। ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਜੀਵ ਦਾ ਵਡੱਪਣ ਦੂਰ ਹੁੰਦਾ ਹੈ, ਹੰਕਾਰ ਤੋਂ ਰਹਿਤ ਹੁੰਦਾ ਹੈ ਕਿ ਮੇਰੇ ਨਾਲੋਂ ਵੀ ਕਿੰਨਾ ਕਿੰਨਾ ਪਹਿਲਾਂ ਆ ਕਰਕੇ ਸਤ ਸੰਗਤ ਵਿੱਚ ਬੈਠ ਕੇ ਚੌਂਕੜਾ ਲਗਾ ਕੇ ਪਰਮੇਸ਼ਰ ਦਾ ਜਸ ਗਾ ਰਹੇ ਹੈ। ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰ ਰਹੇ ਨੇ। ਮੈਂ ਤਾਂ ਆਲਸੀ ਹਾਂ, ਥੋੜਾ ਸਮਾਂ ਹੀ ਬੈਠਦਾ। ਮੇਰੇ ਮਨ ਵਿੱਚ ਹੰਕਾਰ ਸੀ ਕਿ ਮੈਂ ਹੀ ਅੰਮ੍ਰਿਤ ਵੇਲੇ ਪਹਿਲਾਂ ਉੱਠਦਾ, ਤੇ ਜੇ ਅੰਮ੍ਰਿਤ ਵੇਲੇ ਆ ਕਰਕੇ ਸੰਗਤ ਵਿੱਚ ਜੁੜਦਾ ਉਹਦੇ ਨਾਲੋਂ ਪਹਿਲਾਂ ਵੀ ਕਿੰਨਾ ਕਿੰਨਾ ਸਮਾਂ ਆ ਕਰਕੇ ਬੈਠੇ ਹੁੰਦੇ ਆ। ਉੱਥੇ ਫਿਰ ਹੰਕਾਰ ਟੁੱਟਦਾ, ਮਾਣ ਦੂਰ ਹੁੰਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਪ੍ਰਾਪਤ ਕੀਤੀ ਹੈ ਨਾ, ਤੇ ਉਹ ਵੱਡ ਭਾਗੀ ਵਡੱਪਣ ਉਹਨਾਂ ਦਾ ਭੱਜ ਗਿਆ। ਨਿਮਰਤਾ ਆ ਗਈ ਹਿਰਦੇ ਅੰਦਰ, ਹਿਰਦੇ ਦੀ ਗਰੀਬੀ ਪ੍ਰਮਾਤਮਾ ਨੇ ਤਿਨਾਂ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਜਿਨ੍ਹਾਂ ਨੂੰ ਗਰੀਬ ਨਵਾਜ ਮਹਾਰਾਜ ਜੀ ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਗੁਰੂ ਜੀ ਨੇ ਸਤ ਸੰਗਤ ਦੀ ਦਾਤ ਬਖਸ਼ੀ ਹੈ। ਬਿਨਾਂ ਭਾਗਾਂ ਤੋਂ ਮਹਾਰਾਜ ਦੀ ਪਿਆਰੀ ਸੰਗਤ ਨਹੀਂ ਮਿਲਦੀ। ਮਹਾਰਾਜ ਜੀ ਨੇ ਵਚਨ ਕੀਤਾ, ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ,
बिन भागा सत संग न लभै, बिन संगत मैल भरीजै जियो। बिना सत संगत कीते तो मन जेड़ा मैला ही होया रहिंदा, मैल दे नाल ही भरिया रहिंदा है। जिन्हां ते सतगुरु जी की कृपा होई तिन्हां नूं अकाल पुरख वाहिगुरु की प्यारी सत संगत की प्राप्ति हुई है। वड्डियां भागां वालियां ने सत संगत की प्राप्ति करके परमेश्वर का नाम ध्याया है। क्योंकि सत संगत विच आके दूजा कर्म यह है कि शरधा विश्वास रूप कन्ना दे नाल जस सुनना जां प्रीत रूप रसना दे नाल मुख तो वाहिगुरु 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 शब्द उचारण करी जाना। नहीं तो साध संगत जी बिना भागा तो संगत विच आके भी आपां गल्लां करनों नहीं टलदे। माड़े भागां दी निशानी है ना, कदे किसी की निंदिया करन लग पैंदे, कदे किसी की निंदिया, कदे किसी की भंडी करनी शुरू कर दित्ती, जां दुनियावी गल्लां बातां करी जानियां। ये संगत विच आके एक कर्म चंगा नहीं है। गरीब नवाज महाराज की प्यारी सत संगत की प्राप्ति होवे ते गुरु चरणां विच अरदास करनी चाहिदी है। महाराज आपने तरस कीता है, सतगुरु जी आप जी ने कृपा की, अपने चरणां विच बैठण दा सुभाग बख्शिया है। हे गरीब नवाज मेरी चित बिरती नूं हुण अपने चरणां दे नाल जोड़ करके रखना। जिन्ना भी समा आपने महाराज मैनूं सुभागा ये समा बख्शिया है। सतगुरु जी के चरणां विच अरदास करे। किसी समय महाराज के चरणां विच सिखां ने बेनती कीती सी, हे गरीब नवाज सਦੀवी सुख कित्थे जाके प्राप्त हो सकदा है। ते महाराज जी ने वचन कीता सी प्यारी सत संगत विचों ही सदीवी सुख मिलदा है जेड़ा सदा रहिंदा है। दुनिया के अदारियां ते जाके सुख तां मिल जाते पर तुछ मात्र दे लई फिर दुखां विच तब्दील हो जाते ने। केवल प्यारी सत संगत दा परम सुख है जो सदा रहिंदा है, कदे घटदा नहीं है, सदा वधदा रहिंदा है। ऐसा महाराज की प्यारी सत संगत दा सुख है। सतगुरु जी ने उच्चारण कीता सी, जे लोड़ है सदा सुख पाई, साधु संगत गुरह बताई। फिर अगला कर्म की करना, ऊहा जपिए केवल नाम। हे गुरसिखो सत संगत विच जाके केवल परमेश्वर का नाम जपना, ना कि गल्लां बातां करनियां। ऊहा जपिए केवल नाम, साधु संगत पार गराम। भव सागर तो डुबदे हुए नूं पार करन वाली महाराज की प्यारी सत संगत है। सजीवी सुख बख्शिश करन वाली सतगुरु जी की प्यारी संगत है। जिन्हां ने महाराज कहंदे वडभागिया ने सत संगत पाई है ना, फिर संगत विच मिल के परमेश्वर का नाम ध्याया है। तिन्हां दे जन्म मरण दे दुख लथ गए है। फिर विशेष करके जेड़े तीन ताप है आदि व्याधि अते उपाधि वो भी महाराज कहंदे दूर हो गए, लथ गए है। संसार दे प्रतख दुखड़े झोरे भी परमात्मा ने लाह दिते है। हिरदे की अडोलता बख्शिश कर दी जिन्हां ने महाराज की प्यारी संगत विच मिल के परमेश्वर का नाम ध्याया है। हे गुरसिखो जेड़े वडभागे पुरख सतगुरु जी के चरणी लग गए है। मन बाणी शरीर करके जिन्हां ने सतगुरु जी के चरणों का आसरा धारण कर लिया है, उन्हां दे भरम अते भै सब लथ गए हैं। भरम मन के भरम का पड़दा पिया रहना, संसार नूं सत मनना ते परमात्मा ते शक करना, फिर किसी न किसी प्रकार का मन विच भै बनिया रहना। महाराज कहंदे सारे डर सारे भरम परमात्मा की बख्शिश दे नाल तिन्हां दे दूर हो गए जेड़े गुरु चरणी लग गए हन। परमात्मा ने आप ही तिन्हां दा आपा भाव मिटा दिता है। ये गुरु चरण धारण करने की साध संगत जी वडियाई है। धन गुरु गोबिंद सिंह साहिब महाराज सच्चे पातशाह, गुरु कलगीधर पिता महाराज चोजी प्रीतम दाता सतगुरु जी जंगल दे विचों लंघ रहे थे। साध संगत जी एक जिउंदा ही जेड़ा पठान सी ना, कबर दे विच बैठा होया ते शरीर कंब रहा, उहदी आवाज आ रही सी। जिउंदा ही कबर दे विच पिया होया। महाराज जी ने सिंघां नूं कह के उहनूं बाहर कढवाया
ਤੇ ਫਿਰ ਉਹਨੂੰ ਪੁੱਛਿਆ ਕਿ ਕੀ ਕਾਰਨ ਤੂੰ ਅਜੇ ਜਿਉਂਦਾ ਤੇ ਪਹਿਲਾਂ ਕਬਰ ਪੁੱਟ ਕੇ ਵਿੱਚ ਪੈ ਗਿਆ? ਕਹਿੰਦਾ ਜੀ ਮੈਨੂੰ ਮੌਤ ਤੋਂ ਬੜਾ ਡਰ ਲੱਗਦਾ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਸਿੱਖੀ ਧਾਰਨ ਕਰ ਲੈ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ, ਫਿਰ ਮੌਤ ਦਾ ਭੈ ਨਹੀਂ ਤੈਨੂੰ ਆ ਕੇ ਲੱਗੇਗਾ। ਅੰਮ੍ਰਿਤ ਛਕਿਆ ਪੰਜਾਂ ਪਿਆਰਿਆਂ ਤੋਂ ਉਹਦਾ ਨਾਮ ਭਾਈ ਅਜਮੇਰ ਸਿੰਘ ਆਇਆ। ਇਤਿਹਾਸ ਵਿੱਚ ਆਉਂਦਾ ਭਾਈ ਅਜਮੇਰ ਸਿੰਘ ਨਾਮ ਰੱਖਿਆ ਗਿਆ ਉਹਦਾ ਪਠਾਨ ਦਾ। ਤੇ ਸਾਧ ਸੰਗਤ ਜੀ, ਮਹਾਰਾਜ ਜੀ ਦਾ ਦੀਵਾਨ ਸਜਿਆ ਤੇ ਹਜੂਰ ਨੇ ਪੁੱਛਿਆ ਕਿ ਹੁਣ ਮੌਤ ਤੋਂ ਡਰ ਲੱਗਦਾ ਹੈ? ਕਹਿਣ ਲੱਗਾ ਗੁਰੂ ਕਲਗੀਧਰ ਪਿਤਾ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਖੰਡੇ ਬਾਟੇ ਦੀ ਅੰਮ੍ਰਿਤ ਦੀ ਸ਼ਕਤੀ ਦੇ ਨਾਲ ਮਹਾਰਾਜ ਮੌਤ ਤੋਂ ਮੈਨੂੰ ਕੋਈ ਡਰ ਲੱਗਣਾ, ਹੁਣ ਮੈਂ ਵੀ ਮੌਤ ਨੂੰ ਡਰਾਉਣ ਦੇ ਸਮਰੱਥ ਹੋ ਗਿਆ। हे ਗਰੀਬ ਨਵਾਜ, ਆਪ ਦੀ ਐਸੀ ਕਿਰਪਾ ਵਰਤੀ ਹੈ। ਸਾਧ ਸੰਗਤ ਜੀ, ਗੁਰੂ ਸ਼ਰਨ ਧਾਰਨ ਕਰਨੇ ਦੇ ਨਾਲ ਹਰ ਪ੍ਰਕਾਰ ਦਾ ਡਰ ਵੀ ਖਤਮ ਹੋ ਜਾਂਦਾ ਹੈ। ਸਭ ਤੋਂ ਵੱਡਾ ਭੈ ਤੇ ਮੌਤ ਦਾ ਹੀ ਹੈ ਨਾ। ਹਜੂਰ ਨੇ ਉਚਾਰਨ ਕੀਤਾ, ਜਗ ਮਰਨ ਨਾ ਭਾਇਆ, ਨਿਤ ਆਪ ਲੁਕਾਇਆ, ਮਤ ਜਮ ਪਕੜੈ ਲੈ ਜਾਏ ਜੀਓ। ਇਹ ਹਰ ਇੱਕ ਜੀਵ ਦੇ ਮਨ ਦੇ ਅੰਦਰ ਮੌਤ ਦਾ ਭੈ ਬਣਿਆ ਰਹਿੰਦਾ। ਬਾਕੀ ਡਰ ਤਾਂ ਭਾਵੇਂ ਥੋੜੇ ਥੋੜੇ ਹੀ ਹੈ, ਤੁਛ ਮਾਤਰ ਦੇ ਹੈ। ਸਭ ਤੋਂ ਵੱਡਾ ਡਰ ਹੈ ਮੌਤ ਦਾ, ਕਿ ਮੇਰੀ ਮੌਤ ਨਾ ਹੋਵੇ ਜਾਂ ਮਤਾ ਕਿਤੇ ਮੈਨੂੰ ਪਕੜ ਕਰਕੇ ਲੈ ਜਾਣ। ਇਹ ਜੀਵ ਬਾਰ-ਬਾਰ ਆਪਣੇ ਆਪ ਨੂੰ ਛੁਪਾਉਣ ਦਾ ਯਤਨ ਕਰਦਾ ਰਹਿੰਦਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ। ਪਰਮਾਤਮਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਨ੍ਹਾਂ ਤੇ ਕਿਰਪਾ ਕੀਤੀ ਹੈ, ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜੇ, ਉਹਨਾਂ ਦਾ ਆਪਾ ਭਾਵ ਵੀ ਮੇਟ ਦਿੱਤਾ ਹੈ, ਹੰਕਾਰ ਤੋਂ ਰਹਿਤ ਕਰ ਦਿੱਤਾ ਹੈ। ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ, ਪ੍ਰਭੂ ਨੇ ਵਾਹਿਗੁਰੂ ਨੇ ਆਪਣੇ ਸਰੂਪ ਦੇ ਵਿੱਚ ਇਹਨਾਂ ਨੂੰ ਮਿਲਿਆ ਹੈ। ਤੇ ਜਿਹੜੇ ਇੱਕ ਵਾਰ ਪ੍ਰਮਾਤਮਾ ਦੇ ਵਿੱਚ ਮਿਲ ਗਏ, ਦੁਬਾਰਾ ਫਿਰ ਵਿਛੜ ਕੇ ਕਿਤੇ ਵੀ ਸੰਸਾਰ ਦੇ ਅੰਦਰ ਜੂਨਾਂ ਵਿੱਚ ਜਾਂਦੇ ਨਹੀਂ, ਭਟਕਦੇ ਨਹੀਂ ਹੈ। ਇੱਕ ਵਾਰ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਦਾ ਮੇਲ ਹੋ ਗਿਆ ਹੈ, ਦੁਬਾਰਾ ਫਿਰ ਵਿਛੜ ਕੇ ਸੰਸਾਰ ਦੀ ਭਟਕਣਾ ਵਿੱਚ ਦਰ-ਦਰ ਤੇ ਠੋਕਰਾਂ ਨਹੀਂ ਖਾਣੀਆਂ ਪਈਆਂ। ਬਾਰ-ਬਾਰ 84 ਦੇ ਗੇੜੇ ਦੀ ਜੂਨਾਂ ਵਿੱਚ ਨਹੀਂ ਬਾਰ-ਬਾਰ ਜਨਮ ਧਾਰਨ ਕਰਨਾ ਪਿਆ। ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਨਹੀਂ ਲਟਕਣਾ ਪਿਆ। ਜਿਨ੍ਹਾਂ ਨੂੰ ਇੱਕ ਵਾਰ ਪ੍ਰਮਾਤਮਾ ਨੇ ਤਰਸ ਕਰਕੇ, ਦਇਆ ਦ੍ਰਿਸ਼ਟੀ ਕਰਕੇ ਆਪਣੇ ਸਰੂਪ ਦੇ ਵਿੱਚ ਮਿਲ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰਸਿੱਖੋ ਪ੍ਰਮਾਤਮਾ ਦੀ ਸਨਮੁਖ ਹੋ ਕੇ ਬੇਨਤੀ ਕਰਿਆ ਕਰੋ, ਅਰਦਾਸ ਕਰਿਆ ਕਰੋ, हे ਪ੍ਰਮਾਤਮਾ ਅਸੀਂ ਆਪ ਜੀ ਦੇ ਦਾਸ ਹਾਂ। ਮਹਾਰਾਜ ਤੁਹਾਡੇ ਚਰਨਾਂ ਦੇ ਅਸੀਂ ਸੇਵਕ ਹਾਂ। ਤੇ ਮਹਾਰਾਜ ਸਦੀਵੀ ਕਾਲ ਵਾਸਤੇ ਜੀਵਨ ਕਾਲ ਦੌਰਾਨ ਤੁਹਾਡੀ ਸ਼ਰਨ ਦੇ ਅਸੀਂ ਧਾਰਨ ਕੀਤੀ ਹੋਈ ਹੈ। ਮਹਾਰਾਜ ਜ਼ਿੰਦਗੀ ਪਰ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਏ ਆ। ਆਪ ਕਿਰਪਾ ਕਰੋ, ਆਪਣੇ ਦਾਸ ਬਣਾ ਕਰਕੇ ਰੱਖੋ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਕੇ ਰੱਖਣਾ ਕਰੋ। ਅਕਾਲ ਪੁਰਖ ਪ੍ਰਮਾਤਮਾ ਦੇ ਜੋ ਪ੍ਰਾਪਤੀ ਦਾ ਗਿਆਨ ਰੂਪੀ ਦਰ ਹੈ, ਵਾਹਿਗੁਰੂ ਦੀ ਪ੍ਰਾਪਤੀ ਦਾ ਜਿਹੜਾ ਉਪਦੇਸ਼ ਰੂਪੀ ਦਰ ਹੈ, ਬੜਾ ਸੋਭਾ ਵਾਲਾ ਹੈ। हे ਪ੍ਰਮਾਤਮਾ ਜੀ, ਤੁਹਾਡੇ ਜਿਹੜੇ ਪਿਆਰੇ ਭਗਤ ਜਾਨੇ ਹੈ ਨਾ, ਗਿਆਨ ਰੂਪੀ ਦਰਵਾਜ਼ਾ ਜਿਨ੍ਹਾਂ ਨੇ ਧਾਰਨ ਕੀਤਾ ਹੈ, ਜਿਨ੍ਹਾਂ ਨੇ ਜੀਵਨ ਦੇ ਅੰਦਰ ਉਪਦੇਸ਼ ਰੂਪੀ ਦਰ ਨੂੰ ਧਾਰਨ ਕਰ ਲਿਆ ਹੈ, ਮਹਾਰਾਜ ਕਹਿੰਦੇ ਤੇਰੇ ਭਗਤ ਪਿਆਰੇ ਰਾਮ। हे ਮਹਾਰਾਜ, ਬੜੇ ਸੋਭਾ ਵਾਲੇ ਤੇਰੇ ਪਿਆਰੇ ਜਿਹੜੇ ਭਗਤ ਜਨ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋ ਗਿਆ ਹੈ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਦੀ ਪ੍ਰਾਪਤੀ ਕੀਤੀ ਹੈ। ਜਿਸ ਹਿਰਦੇ ਅੰਦਰ ਮਹਾਰਾਜ ਤੁਹਾਡਾ ਗਿਆਨ ਦਾ ਦਰ ਦਰਵਾਜ਼ਾ ਪ੍ਰਾਪਤ ਹੋ ਗਿਆ, ਉਹ ਸੋਭਾ ਵਾਲਾ ਬਣ ਗਿਆ ਹੈ। ਕਿਉਂਕਿ ਦੁਨਿਆਵੀ ਗਿਆਨ ਸਾਧ ਸੰਗਤ ਜੀ ਤਰ੍ਹਾਂ ਤਰ੍ਹਾਂ ਦੇ ਬਹੁਤ ਅਦਾਰਿਆਂ ਤੋਂ ਪ੍ਰਾਪਤ ਹੋ ਜਾਂਦਾ ਹੈ, ਪਰ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਦਾ ਜਿਹੜਾ ਦਰ ਦਰਵਾਜ਼ਾ ਹੈ, ਉਹ ਕੇਵਲ ਸਤਿਗੁਰੂ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। हे ਜੀਵ, ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਸਤਿਗੁਰੂ ਜੀ ਬਾਝੋਂ ਕਿਤੇ ਵੀ ਨਹੀਂ ਮਿਲਣ ਵਾਲਾ। ਐਵੇਂ ਨਾ ਦਰ ਦਰ ਤੇ ਟੱਕਰਾਂ ਮਾਰਦਾ ਰਿਹਾ ਕਰ, ਐਵੇਂ ਨਾ ਦਰ ਦਰ ਤੇ ਠੋਕਰਾਂ ਖਾਂਦਾ ਫਿਰ। ਸਤਿਗੁਰੂ ਜੀ ਦੀ ਬਖਸ਼ਿਸ਼ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਮਿਲ ਸਕਦਾ ਹੈ। ਮਹਾਰਾਜ
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਰ ਦਰੇ ਹਰ ਦਰ ਸੋਹਨ। हे ਮਹਾਰਾਜ, ਤੁਹਾਡੀ ਪ੍ਰਾਪਤੀ ਦਾ ਦਰ ਕਿਹੜਾ ਹੈ? ਸਤ ਸੰਗਤ। ਔਰ ਤੁਹਾਡੀ ਸ਼ਰਨ ਨੂੰ ਵੀ ਮਹਾਰਾਜ ਜਿਹੜਾ ਪ੍ਰਾਪਤੀ ਦਾ ਦਰ ਹੈ। ਇੱਥੇ ਆਪ ਜੀ ਦੇ ਪਿਆਰੇ ਭਗਤ ਜਨ ਬੜੇ ਸੋਭਾ ਵਾਲੇ, ਬੜੇ ਸ਼ੋਭਨੀਕ ਹਨ, ਸ਼ੋਭਾ ਪਾਉਂਦੇ ਐ, ਜੋ ਪਿਆਰ ਵਿੱਚ ਭਿੱਜ ਕੇ ਮਹਾਰਾਜ ਤੁਹਾਡੀ ਭਗਤੀ ਕਰਦੇ ਹਨ। ਸਤਿਗੁਰੂ ਜੀ ਕਹਿੰਦੇ ਤਿਨਾਂ ਤੋਂ ਵਾਰਨੇ ਜਾਂਦੇ ਹਾਂ, ਮਨ ਬਾਣੀ ਸਰੀਰ ਕਰਕੇ ਵਾਰਨੇ ਜਾਣਾ ਚਾਹੀਦਾ ਹੈ। ਰਮੇ ਹੋਏ ਰਾਮ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਸਦਾ ਹੀ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ, ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਸਦਾ ਹੀ ਉਸ ਪਰਮੇਸ਼ਰ ਤੋਂ ਬਲਿਹਾਰ ਜਾਈਏ। हे ਗੁਰਸਿੱਖੋ, ਸਦਾ ਹੀ ਪ੍ਰਮਾਤਮਾ ਦੇ ਚਰਨਾਂ ਤੇ ਨਮਸਕਾਰਾਂ ਕਰੀਏ। ਜਿਨ੍ਹਾਂ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਨੂੰ ਜਾਤਾ ਜਾਣ ਲਿਆ ਹੈ, ਜਾਤਾ ਜਾਣ ਲਈਦਾ ਹੈ, ਜਾਣਨ ਦੇ ਯੋਗ ਹੋ ਜਾਈਦਾ ਜਿਨ੍ਹਾਂ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ। ਅਥਵਾ ਤਿੰਨਾਂ ਸਤਿਪੁਰਸ਼ਾਂ ਤੋਂ ਵੀ ਕੁਰਬਾਨ ਜਾਣਾ ਚਾਹੀਦਾ ਹੈ, ਬਲਿਹਾਰ ਜਾਣਾ ਚਾਹੀਦਾ ਹੈ, ਸਦਕੇ ਵਾਰਨੇ ਘੁੰਮ ਵਾਰਨੇ ਜਾਣਾ ਚਾਹੀਦਾ ਹੈ, ਜਿਨ੍ਹਾਂ ਦੀ ਸੰਗਤ ਕਰਨੇ ਕਰਕੇ ਪ੍ਰਮਾਤਮਾ ਦੇ ਸਰੂਪ ਨੂੰ ਜਾਣੀਦਾ ਹੈ। ਜਿਨ੍ਹਾਂ ਨੇ ਆਪ ਜਾਣਿਆ ਹੋਰ ਸੰਸਾਰ ਦੇ ਜੀਵਨ ਜਨਾਉਣ ਦੇ ਯੋਗ ਹੋ ਜਾਂਦੇ ਹੈ। ਆਪ ਤਰੇ ਤਾਰੀਨ ਸਰੇਠਾ ਦੀ ਜਿਨ੍ਹਾਂ ਨੂੰ ਦਾਤ ਮਿਲ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿਨਾਂ ਤੋਂ ਸਦਾ ਹੀ ਸਾਨੂੰ ਕੁਰਬਾਨ ਜਾਣਾ ਚਾਹੀਦਾ ਹੈ। ਐਸਾ ਪਰਮੇਸ਼ਰ ਹੈ ਘਾਟਾਂ ਘਾਟਾਂ ਹਿਰਦਿਆਂ ਦੇ ਵਿੱਚ ਸਭਨਾ ਥਾਵਾਂ ਤੇ ਪਰਮੇਸ਼ਰ ਵਰਤ ਰਿਹਾ ਹੈ। ਸਭ ਘਾਟਾਂ ਘਾਟਾਂ ਹਿਰਦੇ ਰੂਪ ਹੋ ਕਰਕੇ ਪ੍ਰਮਾਤਮਾ ਵਿਆਪਕ ਹੋ ਰਿਹਾ ਹੈ। ਜੋ ਪ੍ਰਮਾਤਮਾ ਪੂਰਨ ਪਰਿਪੂਰਵਕ ਹੈ, ਪੁਰਸ਼ਾਰਥ ਕਰਨ ਵਾਲਾ ਹੈ, ਫਿਰ ਵਿਧਾਤਾ ਫਲ ਭਰ ਦਾਤਾ ਹੈ। ਸਭ ਦਾਤਾਂ ਦੇਣ ਦੇ ਸਮਰੱਥ ਪਰਮੇਸ਼ਰ ਹੈ। ਸਾਧ ਸੰਗਤ ਜੀ, ਜਿਵੇਂ ਆਕਾਸ਼ ਸਭ ਥਾਵਾਂ ਤੇ ਨਜ਼ਰ ਆਉਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਆਕਾਸ਼ ਦੀ ਤਰ੍ਹਾਂ ਸਰਬ ਵਿਆਪਕ ਹੈ। ਪਰ ਆਕਾਸ਼ ਦਾ ਇੱਕ ਪੱਖੀ ਦ੍ਰਿਸ਼ਟਾਂਤ ਦੀ ਕਰਕੇ ਕਥਨ ਕਰੀਦਾ। ਆਕਾਸ਼ ਸਾਧ ਸੰਗਤ ਜੀ ਜੜ ਹੈ, ਪ੍ਰਮਾਤਮਾ ਚੇਤਨ ਹੈ। ਆਕਾਸ਼ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਰਜ਼ਾ ਵਿੱਚ ਹੈ, ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ। ਪਰ ਪਰਮੇਸ਼ਰ ਕਿਸੇ ਦੇ ਹੁਕਮ ਦੇ ਅਧੀਨ ਨਹੀਂ ਹੋਣ ਵਾਲਾ। ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਰਜ਼ਾ ਵਿੱਚ ਨਹੀਂ ਚੱਲਦਾ। ਸਾਰੀ ਸ੍ਰਿਸ਼ਟੀ, ਸਾਰੇ ਆਕਾਸ਼, ਸਾਰੇ ਪਾਤਾਲ, ਸਾਰੀਆਂ ਧਰਤੀਆਂ, ਸਾਰੇ ਖੰਡ ਬ੍ਰਹਿਮੰਡ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਦੇ ਹੈ। ਪਰ ਪ੍ਰਮਾਤਮਾ ਤੇ ਕਿਸੇ ਦਾ ਹੁਕਮ ਨਹੀਂ ਚੱਲਦਾ, ਉਹ ਸੁਤੰਤਰ ਹੈ। ਸਾਰੀ ਸ੍ਰਿਸ਼ਟੀ ਪਤੰਤਰ ਹੈ, ਪਰ ਪ੍ਰਮਾਤਮਾ ਸੁਤੰਤਰ ਹੈ, ਸਦਾ ਆਜ਼ਾਦ ਰਹਿਣ ਵਾਲਾ ਹੈ। ਜਿਨ੍ਹਾਂ ਨੇ ਪੂਰੇ ਸਤਿਗੁਰੂ ਜੀ ਨੂੰ ਪਾਇਆ ਹੈ, ਤਿਨਾਂ ਨੇ ਹਿਰਦੇ ਹੋ ਕੇ ਨਿਮਰਤਾਵਾਨ ਹੋ ਕੇ ਪਰਮੇਸ਼ਰ ਨੂੰ ਪਿਆਰ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਤਿਨਾਂ ਨੇ ਜਵਾਰੀਆਂ ਦੀ ਤਰ੍ਹਾਂ ਆਪਣੇ ਮਨੁੱਖਾ ਜੀਵਨ ਨੂੰ ਕਦੇ ਹਾਰਿਆ ਨਹੀਂ ਹੈ। ਜਿਨ੍ਹਾਂ ਨੇ ਸਤਿਗੁਰੂ ਜੀ ਦੁਆਰਾ ਪਰਮੇਸ਼ਰ ਦੇ ਨਾਮ ਦਾ ਧਿਆਨ ਧਾਰਨ ਕੀਤਾ ਹੈ, ਜਿਨ੍ਹਾਂ ਨੇ ਕੂੜ ਦਾ ਪਸਾਰਾ ਛੱਡ ਕੇ ਸੱਚ ਦੇ ਨਾਲ ਚਿੱਤ ਬਿਰਤੀ ਨੂੰ ਲਗਾਇਆ ਹੈ। ਕਹੇ ਨਾਨਕ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦਾ ਨਾ, ਜਿਹੜੇ ਪ੍ਰਮਾਤਮਾ ਦੇ ਸੱਚੇ ਸਰੂਪ ਨੂੰ ਛੱਡ ਦਿੰਦੇ, ਜਵਾਰੀਆਂ ਦੀ ਤਰ੍ਹਾਂ ਮਨੁੱਖਾ ਦੇਹੀ ਨੂੰ ਹਾਰ ਜਾਂਦੇ ਹੈ। ਕਹੇ ਨਾਨਕ, ਜਿਨ ਸੱਚ ਤਜਿਆ ਕੂੜੇ ਲਾਗੇ, ਤਿਨੇ ਜਨਮ ਜੂਵੈ ਹਾਰਿਆ। ਉਹ ਹਾਰ ਗਏ ਹੈ। ਜਿੱਤਿਆ ਕਿਹਨਾਂ ਨੇ? ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਤੇ ਆਇਆ ਹੈ, ਜਿਨ੍ਹਾਂ ਨੇ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਚਿੱਤ ਬਿਰਤੀ ਨੂੰ ਜੋੜਿਆ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹੈ, ਪ੍ਰਮਾਤਮਾ ਜੀ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਮਹਾਰਾਜ ਸਾਡੀ ਰੱਖਿਆ ਕਰ ਲਓ, ਕਿਰਪਾ ਧਾਰਨ ਕਰਕੇ। ਸਾਡੇ ਤੇ ਆਪ ਜੀ ਦੀ ਕਿਰਪਾ ਧਾਰਨ ਕੀਤੀ ਹੋਵੇਗੀ ਨਾ ਮਹਾਰਾਜ, ਤਾਂ ਹੀ ਅਸੀਂ ਜੋ ਵਿਕਾਰਾਂ ਤੋਂ ਮਹਾਰਾਜ ਸਾਡੀ ਰੱਖਿਆ ਹੋ ਸਕਦੀ ਹੈ। ਪ੍ਰਤੱਖ ਵੀ ਦੁਸ਼ਮਣਾਂ ਤੋਂ ਸਾਡੀ ਰੱਖਿਆ ਹੋ ਸਕਦੀ ਹੈ। हे ਗਰੀਬ ਨਵਾਜ,
ਜਮਾਂ ਦੇ ਵਸ ਵਿੱਚ ਪੈਣੇ ਤੋਂ ਸਾਡੀ ਰੱਖਿਆ ਹੋ ਸਕਦੀ ਜੇ ਤੁਹਾਡੀ ਕਿਰਪਾ ਧਾਰਨ ਕੀਤੀ ਹੋਵੇ। ਤੁਹਾਡੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਰਾਖ ਕਿਰਪਾ ਧਾਰ। ਹੇ ਰਖਣਹਾਰ ਪਰਮੇਸ਼ਰ, ਸਾਡੇ ਤੇ ਕਿਰਪਾ ਧਾਰਨ ਕਰਕੇ ਰੱਖਿਆ ਕਰ ਲਓ। ਰੱਖੇ ਰਖਣਹਾਰ ਆਪ ਉਬਾਰਿਆਨ। ਮਹਾਰਾਜ ਉਹਨਾਂ ਨੂੰ ਭਵ ਸਾਗਰ ਤੋਂ ਡੁੱਬਦਿਆਂ ਹੋਇਆਂ ਨੂੰ ਆਪ ਨੇ ਪਾਰ ਕਰ ਦਿੱਤਾ ਹੈ, ਜਿਨ੍ਹਾਂ ਦੀ ਰੱਖਿਅਕ ਬਣ ਕੇ ਮਹਾਰਾਜ ਆਪ ਜੀ ਨੇ ਰੱਖਿਆ ਕੀਤੀ ਹੈ। ਔਰ ਗਰੀਬ ਨਵਾਜ ਹਜੂਰ ਦੇ ਬਚਨ ਆਉਂਦੇ ਹਨ ਗੁਰਬਾਣੀ ਅੰਦਰ, ਜੋ ਗੁਰਸਿੱਖ ਇੱਕ ਚਿੱਤ ਹੋ ਕੇ ਪ੍ਰਮਾਤਮਾ ਜੀ ਦੇ ਸਨਮੁਖ ਹੋ ਕੇ ਬੇਨਤੀਆਂ ਕਰਦੇ ਨੇ। ਮਹਾਰਾਜ ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹਿ ਤੁਮ ਰਾਖਨ ਹਾਰੇ। ਹੇ ਗਰੀਬ ਨਵਾਜ, ਮਾਤਾ ਦੇ ਗਰਭ ਦੇ ਵਿੱਚ ਪੁੱਠਿਆਂ ਲਟਕਿਆ ਹੋਇਆਂ ਵੀ ਆਪ ਹੀ ਰੱਖਿਆ ਕਰਨ ਵਾਲੇ ਸੀ। ਔਰ ਇਸੇ ਤਰ੍ਹਾਂ ਹੁਣ ਸੰਸਾਰ ਦੇ ਵਿੱਚ ਵੀ ਮਹਾਰਾਜ ਤੁਸੀਂ ਆਪ ਨੇ ਰੱਖਿਆ ਕਰਨੀ ਹੈ। ਵਿਕਾਰਾਂ ਦੀ ਤਪਸ਼ ਹੈ, ਈਰਖਾਂ ਦੀ ਮਹਾਰਾਜ ਅੱਗ ਹੈ, ਫਿਰ ਤ੍ਰਿਸ਼ਨਾ ਦੀ ਪ੍ਰਚੰਡ ਅਗਨੀ ਹੈ, ਵਿਕਾਰਾਂ ਦਾ ਕਿੰਨਾ ਭਿਆਨਕ ਸੇਕ ਹੈ। ਇਹਦੇ ਤੋਂ ਵੀ ਮਹਾਰਾਜ ਆਪ ਨੇ ਕਿਰਪਾ ਕਰਕੇ ਨਾਮ ਰੂਪੀ ਸੀਤਲ ਜਲ ਦੇ ਕਰਕੇ ਸਾਨੂੰ ਬਚਾਉਣਾ ਹੈ। ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਮਹਾਰਾਜ ਆਪ ਨੇ ਸਾਨੂੰ ਪਾਰ ਕਰਨਾ ਹੈ। ਹੇ ਗਰੀਬ ਨਵਾਜ, ਪਾਵਕ ਸਾਗਰ ਅਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਆਪ ਮਹਾਰਾਜ ਤਾਰਨ ਦੇ ਸਮਰੱਥ ਹੋ, ਰੱਖਿਆ ਕਰਨ ਦੇ ਸਮਰੱਥ ਹੋ। ਇਸ ਲਈ ਕਿਰਪਾ ਕਰੋ, ਰਾਖ ਕਿਰਪਾ ਧਾਰੇ। ਤੁਹਾਡੀ ਸ਼ਰਨ ਵਿੱਚ ਆਏ ਆ ਮਹਾਰਾਜ, ਸਾਡੀ ਕਿਰਪਾ ਕਰਕੇ ਰੱਖਿਆ ਕਰੋ। ਹੇ ਅਕਾਲ ਪੁਰਖ ਵਾਹਿਗੁਰੂ, ਆਪ ਜੀ ਦੇ ਬੇਅੰਤ ਗੁਣ ਹਨ। ਬੇਅੰਤਾ ਮਹਾਰਾਜ, ਬੇਅੰਤ ਆਪ ਜੀ ਦਾ ਸਰੂਪ ਹੈ। ਹੇ ਮਹਾਰਾਜ, ਤੇਰੇ ਕਿੰਨੇ ਕੋ ਕੇਤਕ, ਕਿਹੜੇ ਕਿਹੜੇ ਅਸੀਂ ਗੁਣ ਗਾਉਣਾ ਕਰੀਏ। ਕੇਤਕ ਕਿੰਨੇ ਕੋ ਮਹਾਰਾਜ ਅਸੀਂ ਗੁਣ ਗਾ ਸਕਦੇ ਆ, ਕਿਉਂਕਿ ਸਾਡੀ ਜ਼ੁਬਾਨ ਇੱਕ ਹੈ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਮਹਾਰਾਜ ਕਿੰਨੇ ਕੁ ਗੁਣ ਸਾਡੀ ਜ਼ਿਹਬਾ ਗਾ ਸਕਦੀ ਹੈ। ਆਪ ਜੀ ਦਾ ਸਰੂਪ ਬੇਅੰਤ ਹੈ। ਹੇ ਪਰਮੇਸ਼ਰ ਜੀ, ਤੁਹਾਡੇ ਗੁਣ ਵੀ ਬੇਅੰਤ ਹਨ। ਜ਼ੁਬਾਨ ਸਾਡੀ ਰਸਨਾ ਇੱਕ ਹੈ, ਇੱਕ ਰਸਨਾ ਬੇਅੰਤ ਗੁਣਾਂ ਨੂੰ ਕਥਨ ਕਰ ਹੀ ਨਹੀਂ ਸਕਦੀ। ਐਸਾ ਮਹਾਰਾਜ ਬੇਅੰਤ ਆਪ ਜੀ ਦਾ ਸਰੂਪ ਹੈ। ਹੇ ਪ੍ਰਮਾਤਮਾ, ਆਪ ਜੀ ਦੀ ਜਿਹੜੀ ਚਰਨ ਹੈ ਨਾ ਮਹਾਰਾਜ, ਨਾਮ ਰੂਪੀ ਜਿਹੜੀ ਚਰਨ ਧੂੜੀ ਹੈ, ਵੱਡਿਆਂ ਭਾਗਾਂ ਕਰਕੇ ਮਹਾਰਾਜ ਪ੍ਰਾਪਤ ਹੁੰਦੀ ਹੈ। ਅਥਵਾ ਜੋ ਤੁਹਾਡੇ ਚਰਨਾਂ ਦੇ ਨਾਲ ਮਹਾਰਾਜ ਜੁੜੇ ਹੋਏ ਹੈ, ਸਤਿਪੁਰਸ਼, ਤਿਨਾਂ ਦੀ ਚਰਨ ਧੂੜੀ ਵੀ ਮਹਾਰਾਜ ਹਿਰਦੇ ਦੀ ਗਰੀਬੀ, ਨਿਮਰਤਾ ਦੀ ਦਾਤ ਵੱਡਿਆਂ ਭਾਗਾਂ ਕਰਕੇ ਹੀ ਪ੍ਰਾਪਤ ਹੋ ਸਕਦੀ ਹੈ। ਕਿਉਂਕਿ ਹਿਰਦੇ ਦੀ ਗਰੀਬੀ ਸਾਧ ਸੰਗਤ ਜੀ ਪ੍ਰਮਾਤਮਾ ਬਖਸ਼ਿਸ਼ ਕਰੇ ਤਾਂ ਮਿਲਦੀ ਹੈ। ਨਹੀਂ ਤਾਂ ਮਨੁੱਖ ਜ਼ਿੰਦਗੀ ਪਰ ਹੰਕਾਰ ਦੇ ਨਸ਼ੇ ਵਿੱਚ ਹੀ ਬਾਰ-ਬਾਰ ਉਡਾਰੀਆਂ ਮਾਰਦਾ ਰਹਿੰਦਾ ਹੈ। ਹੰਕਾਰ ਦੇ ਨਸ਼ੇ ਵਿੱਚ ਹੀ ਬੁੱਲਿਆਂ ਵਿੱਚ ਹੀ ਉੱਡਦਾ ਰਹਿੰਦਾ ਹੈ। ਕਦੇ ਨਿਮਰਤਾਵਾਨ ਨਹੀਂ ਹੁੰਦਾ, ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰਦਾ ਰਹਿੰਦਾ ਹੈ। ਤੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਤੇ ਭਾਗ ਜਾਗ ਜਾਂਦੇ ਆ ਨਾ, ਜਿਨ੍ਹਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਜੋ ਪਰਮੇਸ਼ਰ ਦੇ ਨਾਮ ਰੂਪ ਚਰਨਾਂ ਦੇ ਨਾਲ ਜੁੜੇ ਹੋ, ਤਿਨਾਂ ਦੀ ਚਰਨ ਧੂੜੀ ਜੀਵ ਦੇ ਹਿਰਦੇ ਅੰਦਰ ਆ ਜਾਂਦੀ ਹੈ। ਭਾਵ ਪਰਮੇਸ਼ਰ ਦੇ ਪਿਆਰਿਆਂ ਦੀ ਜਿਹੜੀ ਚਰਨ ਧੂੜ ਦੀ ਤਰ੍ਹਾਂ ਨਿਮਰਤਾ ਹੈ ਨਾ, ਹਿਰਦੇ ਦੀ ਗਰੀਬੀ ਹੈ, ਵਾਹਿਗੁਰੂ ਦੇ ਪਿਆਰੇ ਵਡਭਾਗੇ ਪੁਰਖ ਪਾ ਲੈਂਦੇ ਹਨ। ਜਿਨ੍ਹਾਂ ਨੇ ਨਾਮ ਦੇ, ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੀ ਚਰਨ ਧੂੜੀ ਵਿੱਚ ਨਹਾਈ ਹੈ, ਇਸ਼ਨਾਨ ਕੀਤਾ, ਉਹਨਾਂ ਨੇ ਪਾਪ ਕਰਮਾਂ ਦੀ ਮੈਲ ਲਾਹ ਲਈ ਹੈ, ਲੱਥ ਗਈ ਹੈ। ਅਥਵਾ ਜੋ ਸਾਧ ਸੰਗਤ ਜੀ ਨਿਮਰਤਾ ਧਾਰਨ ਕਰਨੀ ਹੈ, ਨਿਮਰਤਾ ਰੂਪ ਸਾਧ ਸੰਗਤ ਜੀ ਸਰੋਵਰ ਦੇ ਜਿਨ੍ਹਾਂ ਨੇ ਮਨ ਦਾ ਇਸ਼ਨਾਨ ਕਰਵਾ ਲਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਉਹਨਾਂ ਦੀ ਪਾਪ ਕਰਮਾਂ ਦੀ ਮੈਲ ਲੱਥ ਗਈ ਹੈ। ਨਿਮਰਤਾਵਾਨ ਹੋਣੇ ਕਰਕੇ ਪ੍ਰਮਾਤਮਾ ਨੇ ਹਿਰਦੇ ਦੇ ਅੰਦਰ ਸ਼ੁੱਧਤਾ ਬਖਸ਼ਿਸ਼ ਕੀਤੀ ਹੈ। ਹਿਰਦੇ ਅੰਦਰ ਨਿਰਮਲਤਾ ਪ੍ਰਮਾਤਮਾ ਨੇ ਕਰ ਦਿੱਤੀ ਹੈ। ਤਿਨਾਂ ਦੇ ਜਨਮ ਅਤੇ ਮਰਨ ਦੇ ਭਿਆਨਕ ਦੁੱਖ ਲੱਥ ਗਏ ਆ, ਜਿਹੜਾ ਕਦੇ ਵੀ ਖਹਿੜਾ ਨਹੀਂ ਸਨ ਛੱਡਦੇ। ਵਾਸ਼ਨਾ ਦਾ ਵੱਜਾ ਹੋਇਆ ਜਨਮ ਧਾਰਦਾ ਸੀ, ਮੌਤ ਦਾ ਮਾਰਿਆ ਹੋਇਆ ਜੀਵ ਮਰ ਜਾਂਦਾ ਸੀ,
ਜੰਮਣ ਤੇ ਮਰਨ ਬਾਰ-ਬਾਰ ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਇਹ ਜੀਵ ਜਨਮਦਾ ਤੇ ਬਾਰ-ਬਾਰ ਮਰਦਾ ਰਹਿੰਦਾ ਸੀ। ਹਲਟ ਦੀਆਂ ਟਿੰਡਾਂ ਖੂਹ ਦੇ ਵਿੱਚੋਂ ਪਾਣੀ ਭਰਦੀਆਂ, ਫਿਰ ਸਾਧ ਸੰਗਤ ਜੀ ਖਾਲੀ ਹੋ ਜਾਂਦੀਆਂ, ਉਹ ਲਗਾਤਾਰ ਚੱਲਦੀਆਂ ਰਹਿੰਦੀਆਂ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਾਣੀ ਭਰਨ ਦੀ ਤਰ੍ਹਾਂ ਜੂਨਾ ਵੀ ਜਨਮ ਲੈਂਦਾ ਹੈ, ਮਰ ਕਰਕੇ ਫਿਰ ਖਾਲੀ ਹੋ ਕੇ ਚਲਾ ਜਾਂਦਾ ਹੈ। ਹਲਟ ਦੀਆਂ ਟਿੰਡਾਂ ਦੀ ਤਰ੍ਹਾਂ ਜਿਹੜਾ ਜੰਮਣ ਤੇ ਮਰਨ ਸੀ ਪ੍ਰਮਾਤਮਾ ਨੇ ਲਾਹ ਦਿੱਤਾ ਹੈ। ਜਦੋਂ ਜੰਮਣ ਤੇ ਮਰਨਾ ਮਿਟ ਗਿਆ, ਪ੍ਰਮਾਤਮਾ ਦੀ ਮਿਹਰ ਹੋ ਗਈ, ਫਿਰ ਅੰਤਰ ਹਿਰਦੇ ਵਿੱਚ ਤੇ ਬਾਹਰ ਸੰਸਾਰ ਭਰ ਦੇ ਅੰਦਰ ਸਭ ਥਾਵਾਂ ਤੇ ਇੱਕ ਪਰਮੇਸ਼ਰ ਫਿਰ ਨਜ਼ਰ ਆਉਣ ਲੱਗ ਪਿਆ। ਫਿਰ ਤਾਂ ਬਾਹਰ ਭੀਤਰ ਏਕੋ ਜਾਣਹੁ ਇਹ ਗੁਰ ਗਿਆਨ ਬਤਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਸੱਚਾ ਤੇ ਪਰਮ ਗਿਆਨ ਹੈ। ਹਿਰਦੇ ਘਰ ਵਿੱਚ ਤੇ ਬਾਹਰ ਬ੍ਰਹਿਮੰਡ ਦੇ ਵਿੱਚ ਸਭ ਸੰਸਾਰ ਭਰ ਦੇ ਜੀਵ ਜੰਤੂਆਂ ਦੇ ਵਿੱਚ ਅੰਤਰ ਬਾਹਰ ਸਦਾ ਹਦੂਰੇ, ਸਦਾ ਹੀ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣਦਾ ਕਰ। ਇੱਕ ਪਰਮੇਸ਼ਰ ਹੈ ਜੋ ਤੇਰਾ ਸਾਥੀ ਬਣਨ ਵਾਲਾ ਹੈ, ਸੱਚਾ ਸਾਥੀ ਬਣ ਕੇ ਤੇਰੇ ਨਾਲ ਨਿਭਣ ਵਾਲਾ ਹੈ। ਇੱਕ ਪ੍ਰਮਾਤਮਾ ਹੈ ਜੋ ਸਦਾ ਹੀ ਹਾਜ਼ਰ ਨਾਜ਼ਰ ਹੈ, ਕਿ ਹਾਜ਼ਰ ਹਜ਼ੂਰ ਹੈ, ਕਿ ਜ਼ਾਹਰ ਜ਼ਹੂਰ ਹੈ। ਕਿਹੜੀ ਥਾਂ ਜਿੱਥੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਨਹੀਂ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਦੇ ਸੀ ਬਚਨ ਪੜ੍ਹਦੇ ਹਾਂ, ਜਿਵੇਂ ਜਮਾਨ ਕੇ ਵੇਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਮਹਾਰਾਜ ਕਹਿੰਦੇ ਭਾਵੇਂ ਜਿਵੇਂ ਹੈ ਭਾਵੇਂ ਆਸਮਾਨ ਹੈ, ਕੋਈ ਵੀ ਸੰਸਾਰ ਦਾ ਕੋਨਾ ਹੈ, ਸਭ ਥਾਵਾਂ ਤੇ ਇਕਸਾਰ ਪਰਮੇਸ਼ਰ ਦਾ ਸਰੂਪ ਵਰਤ ਰਿਹਾ ਹੈ। ਸਦਾ ਹੀ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ ਕਰ। ਜਿਨ੍ਹਾਂ ਨੇ ਪ੍ਰਮਾਤਮਾ ਦਾ ਕੀਰਤਨ ਕੀਤਾ ਹੈ ਨਾ, ਵਾਹਿਗੁਰੂ ਦਾ ਜਸ ਗਾਇਆ ਹੈ, ਸਤਿਗੁਰੂ ਜੀ ਕਹਿੰਦੇ ਤਿੰਨਾਂ ਦੇ ਸਭ ਦੁੱਖ ਮਿਟ ਗਏ ਹੈ, ਸਭ ਕਲੇਸ਼ ਪ੍ਰਮਾਤਮਾ ਨੇ ਤਿੰਨਾਂ ਦੇ ਮਿਟਾ ਦਿੱਤੇ ਹੈ, ਔਰ ਤਿੰਨਾਂ ਦੀ ਕਲਿਆਣ ਹੋ ਗਈ, ਭਾਵ ਮੁਕਤੀ ਸਰੂਪ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ ਹੈ। ਕਲਿਆਣ ਮੁਕਤ ਹੋ ਗਈ ਹੈ। ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਆਪਣੇ ਚਰਨਾਂ ਦਾ ਪਿਆਰ ਬਖਸ਼ਿਆ ਹੈ, ਪਿਆਰ ਵਿੱਚ ਭਿੱਜ ਕੇ ਵਾਹਿਗੁਰੂ ਦਾ ਉਹ ਕੀਰਤਨ ਗਾਉਂਦੇ ਰਹਿੰਦੇ ਹੈ, ਹਿਰਦੇ ਹੋ ਕੇ ਪ੍ਰਮਾਤਮਾ ਦਾ ਜਸ ਗਾਉਂਦੇ ਰਹਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੰਮਣ ਮਰਨ ਦਾ ਗਰਭ ਦੀਆਂ ਜੂਨਾਂ ਦਾ ਦੁੱਖ ਪਰਮੇਸ਼ਰ ਨੇ ਮਿਟਾ ਦਿੱਤਾ ਹੈ। ਸੰਸਾਰ ਦੇ ਬੰਧਨਾਂ ਤੋਂ ਤਿੰਨਾਂ ਦੀ ਕਲਿਆਣ ਕਰ ਦਿੱਤੇ, ਆਜ਼ਾਦ ਕਰ ਦਿੱਤਾ ਹੈ। ਕਦੇ ਕੋਈ ਬੰਧਨ ਆ ਕੇ ਜੀਵ ਨੂੰ ਚੰਬੜ ਜਾਂਦਾ ਹੈ, ਕਦੀ ਕੋਈ ਆ ਕੇ ਚੰਬੜ ਜਾਂਦਾ ਸੀ। ਪਰਮਾਰਥ ਦੇ ਰਸਤੇ ਤੇ ਚੱਲਣ ਵਿੱਚ ਬੜੀ ਵੱਡੀ ਰੁਕਾਵਟ ਬਣ ਜਾਂਦੀ ਸੀ। ਪਰ ਜਿਵੇਂ ਜਿਵੇਂ ਪਰਮਾਤਮਾ ਦਾ ਕੀਰਤਨ ਗਾਇਆ ਹੈ, ਜਿਵੇਂ ਜਿਵੇਂ ਪਰਮੇਸ਼ਰ ਦਾ ਜਸ ਉਚਾਰਨ ਕੀਤਾ ਹੈ, ਤਿਵੇਂ ਤਿਵੇਂ ਪਰਮਾਤਮਾ ਨੇ ਬੰਧਨਾਂ ਤੋਂ ਜੀਵ ਨੂੰ ਆਜ਼ਾਦ ਕਰ ਦਿੱਤਾ ਹੈ, ਜੀਵ ਨੂੰ ਕਲਿਆਣਕਾਰੀ ਬਣਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਨੇ ਜੀਵਾਂ ਦੀ ਐਸੀ ਕਲਿਆਣ ਕੀਤੀ ਹੈ, ਬੰਧਨਾਂ ਤੋਂ ਆਜ਼ਾਦ ਕੀਤਾ ਹੈ। ਬਹੁੜ ਦੁਬਾਰਾ ਫਿਰ ਉਹਨਾਂ ਨੂੰ ਜੂਨਾਂ ਦੇ ਵਿੱਚ ਨਹੀਂ ਪਰਮੇਸ਼ਰ ਨੇ ਪਾਇਆ, ਜਿਨ੍ਹਾਂ ਨੂੰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ। ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਤਿੰਨਾਂ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੋ ਜਾਂਦੀ ਹੈ, ਕੋਈ ਬੰਧਨ ਨਹੀਂ ਪਰਮਾਤਮਾ ਲੱਗਣ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਹੜ ਜੋਨ ਨਾ ਪਾਵਾ, ਤਿੰਨਾਂ ਨੂੰ ਬਹੁੜ ਦੁਬਾਰਾ ਫਿਰ ਜੂਨਾਂ ਦੇ ਵਿੱਚ ਨਹੀਂ ਪੈਣਾ ਪਿਆ, ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕਰਕੇ ਆਜ਼ਾਦ ਕਰ ਦਿੱਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਬਖਸ਼ਿਸ਼ ਕਰ ਰਹੇ ਨੇ। ਹੇ ਗੁਰਸਿੱਖੋ, ਪਰਮਾਤਮਾ ਦੀ ਸ਼ਰਨ ਧਾਰਨ ਕਰਕੇ ਹੀ ਭੈਦਾਇਕ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਬਿਨਵੰਤ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਔਰ ਹਜੂਰ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ। ਮਹਾਰਾਜ, ਤੁਹਾਡੀ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਕਦੀ ਅਸੀਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦੇ। ਮਹਾਰਾਜ ਕਦੇ ਮੁਕਤੀ ਰੂਪ ਕਿਨਾਰੇ ਤੇ ਨਹੀਂ ਪਹੁੰਚ ਸਕਦੇ। हे ਪ੍ਰਮਾਤਮਾ, ਕਿਰਪਾ ਕਰੋ। हे ਗਰੀਬ ਨਵਾਜ, ਆਪ ਸਾਡੇ ਤੇ ਐਸੀ ਬਖਸ਼ਿਸ਼ ਕਰ ਦੇਵੋ, ਸਾਨੂੰ ਆਪਣੇ ਜਾਣ ਕਰਕੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਾਓ।
ਕਿਉਂਕਿ ਜਿਨ੍ਹਾਂ ਨੂੰ ਆਪਣੇ ਬਣਾ ਲੈਂਦੇ ਮਹਾਰਾਜ, ਉਹਨਾਂ ਦਾ ਪਿਆਰ ਹੀ ਤੁਹਾਨੂੰ ਭਾਉਂਦਾ ਹੈ ਨਾ। ਆਪਣੇ ਪ੍ਰਭ ਭਾਵਾ, ਅਥਵਾ ਜਿਨ੍ਹਾਂ ਨੇ ਪਰਮੇਸ਼ਰ ਨੂੰ, ਪ੍ਰਭੂ ਨੂੰ ਆਪਣਾ ਜਾਣ ਕਰਕੇ ਭਾਵਾ ਹਿਰਦੇ ਅੰਦਰ ਪਿਆਰ ਬਣਾਇਆ ਹੈ ਪ੍ਰਮਾਤਮਾ ਦੇ ਚਰਨਾਂ ਦਾ, ਕਿ ਮਹਾਰਾਜ ਤੂੰ ਹੀ ਸਾਡਾ ਆਪਣਾ ਹੈ। ਪਰਮੇਸ਼ਰ ਤੁਹਾਡੇ ਤੋਂ ਬਿਨਾਂ ਸਾਡੇ ਨਾਲ ਕੋਈ ਵੀ ਨਿਭਣ ਵਾਲਾ ਨਹੀਂ ਹੈ। ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਸਾਡੀ ਕੋਈ ਰੱਖਿਆ ਕਰਨ ਵਾਲਾ ਨਹੀਂ, ਸਾਡਾ ਸਹਾਇਕ ਬਣਨ ਵਾਲਾ ਨਹੀਂ, ਸਾਡੀ ਪ੍ਰਤ ਪਾਲਣਾ ਕਰਨ ਵਾਲਾ ਆਪ ਤੋਂ ਬਿਨਾਂ ਕੋਈ ਵੀ ਨਹੀਂ ਹੈ। ਇਹ ਜਿਤਨੇ ਵੀ ਸੰਸਾਰ ਦੇ ਸੰਗੀ ਸਾਥੀ ਸਕੇ ਸੰਬੰਧੀ ਹੈ, ਇਹ ਕੇਵਲ ਮਹਾਰਾਜ ਸਵਾਰਥ ਵਾਸਤੇ ਸਾਡੇ ਪਾਸ ਢੁਕਣ ਵਾਲੇ ਹੈ। ਮਹਾਰਾਜ ਤੁਸੀਂ ਸਾਡੇ ਆਪਣੇ ਹੋ। ਹੇ ਗਰੀਬ ਨਵਾਜ, ਆਪ ਜੀ ਸਾਡੀ ਰੱਖਿਆ ਕਰਨ ਵਾਲੇ ਹੋ ਜਾਵੋ ਨਾ ਮਹਾਰਾਜ, ਫਿਰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ, ਕੋਈ ਡਰ ਨਹੀਂ, ਕੋਈ ਝੋਲਾ ਨਹੀਂ ਮਨ ਦੇ ਵਿੱਚ ਲੱਗਦਾ। ਹਿਰਦੇ ਦੀ ਅਡੋਲਤਾ ਪ੍ਰਾਪਤ ਹੋ ਜਾਂਦੀ। ਹਿਰਦਾ ਵੀ ਕਦੇ ਡਗਮਗਾਉਂਦਾ ਨਹੀਂ ਹੈ, ਹਿਰਦਾ ਵੀ ਕਦੇ ਡਾਵਾਂ ਡੋਲ ਨਹੀਂ ਹੁੰਦਾ। ਸੁਮੇਰ ਪਰਬਤ ਦੀ ਤਰ੍ਹਾਂ ਅਚਲ ਬਣ ਜਾਂਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਦਾ ਪਿਆਰ ਲਾ ਦਿੰਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਬਖਸ਼ਿਸ਼ ਕੀਤੀ, ਬਨਵੰਤ ਨਾਨਕ ਗੁਰ ਸਰਣ ਤਰੀਐ ਆਪਣੇ ਪ੍ਰਭ ਭਾਵਾ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਕਰਕੇ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਚਰਨਾਂ ਦਾ ਪਿਆਰ ਲਾ ਦਿੱਤਾ ਹੈ, ਆਪਣੇ ਚਰਨਾਂ ਦੇ ਨਾਲ ਸਤਿਗੁਰੂ ਜੀ ਨੇ ਜੋੜ ਲਿਆ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਉਹ ਜੀਵ ਭਵ ਸਾਗਰ ਤੋਂ ਪਾਰ ਹੋ ਗਏ ਹੈ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।